ਮਜੀਠੀਆ ਸਾਹਿਬ ਮੈਂ ਇਹ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਵੀ ਇਹਨਾਂ ਨੂੰ ਇਹ ਸਮਝਾਓ। ਮੈਂ ਬਾਰ-ਬਾਰ ਇਹ ਤੁਹਾਨੂੰ ਕਹਿਣਾ ਮਜੀਠੀਆ ਸਾਹਿਬ ਤੁਸੀਂ, ਕਿਉਂਕਿ ਮੈਨੂੰ ਪਤਾ ਪਾਰਟੀ ਦੇ ਵਿੱਚ ਤੁਹਾਡੀ ਜ਼ਿਆਦਾ ਚੱਲਦੀ ਆ, ਇਹ ਤਾਂ ਚਾਬੀ ਆ ਜਿਹੜੀ ਇਹਨਾਂ ਦੇ ਭਰੋ। ਇਹਨਾਂ ਨੂੰ ਇਸ ਟਰੈਕਟਰ ਤੇ ਬਿਠਾ ਕੇ ਸੁਖਬੀਰ ਬਾਦਲ ਨੂੰ ਤੇ ਹਰਸਿਮਰਤ ਕੌਰ ਨੂੰ ਚਾਬੀ ਭਰ ਕੇ ਦਿੱਲੀ ਵੱਲ ਨੂੰ ਛੱਡੋ। ਜਾ ਕੇ ਭਗਤ ਸਿੰਘ ਦੀ ਸਮਾਧ ਤੇ ਕੇਸਰੀ ਜਿੱਦਣ ਬੰਨ ਲਈ ਪੱਗ ਤੁਸੀਂ ਜੱਟ ਨੇ, ਕੈਪਟਨ ਅਮਰਿੰਦਰ ਸਿੰਘ ਨੇ, ਤੇ ਮੈਂ ਕਹਿੰਦਾ ਦਿੱਲੀ ਕੀ ਸਭ ਕੁਝ ਹਿੱਲ ਜੂਗਾ। ਤੇ ਇਸ ਕਰਕੇ ਇਹਨਾਂ ਦੀ ਐਸੀ ਤੈਸੀ ਦੇ ਦਾਂਗੇ ਜਦੋਂ ਤੁਸੀਂ ਬੋਲੋਗੇ। ਮੈਂ ਮਾਨ ਸਾਹਿਬ ਦੀ ਇੱਜ਼ਤ ਕਰਦਾ, ਕਹਿਣ ਕੇਜਰੀਵਾਲ ਨੂੰ ਬਈ ਭਾਈ ਸਾਡੇ ਲਈ ਰਾਹ ਬਣਾ, ਕਰ ਦੇਣ ਬੰਦ ਸਾਰਾ ਦਿੱਲੀ, ਨਾ ਭੱਜੇ ਫਿਰਨਗੇ ਵਿੱਚ ਹੀ ਮੋਦੀ ਸਾਹਿਬ ਤੇ ਵਿੱਚ ਹੀ ਇਹਨਾਂ ਦੇ ਕ੍ਰਿਸ਼ੀ ਮੰਤਰੀ। ਨਵਜੋਤ ਸਿੱਧੂ ਬਾਰੇ ਮੈਂ ਤਾਂ ਦੇਖੋ ਅੱਗੇ ਕਈ ਵਾਰ ਬਿਆਨ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ, ਉਹ ਜਾਤੀ ਇਸ ਵੇਲੇ ਉਹਨਾਂ ਦੇ ਬਾਰੇ, ਜੇ ਕੋਈ ਪਾਰਟੀ ਦੀ ਗੱਲ ਹੋਵੇ ਤਾਂ ਮੈਂ ਕਹਾਂ, ਪਰ ਮੈਂ ਇਹਨਾਂ ਤੁਹਾਨੂੰ ਦੱਸ ਦਿੰਦਾ ਵੀ ਜਿਹੜੀ ਤੁਸੀਂ ਗੱਲ ਮੈਨੂੰ ਪੁੱਛੀ ਆ ਵੀ ਉਹ 100% ਆ ਜਿਹੜਾ ਉਹ ਬੀਜੇਪੀ 'ਚ ਇਸ ਵੇਲੇ ਜਾਣ ਦੀ ਸਥਿਤੀ 'ਚ ਨਹੀਂ ਰਹੇ। ਕੁਰਸੀਆਂ ਦੇ ਨਾਲ ਲੀਡਰ ਨਹੀਂ ਬਣਦਾ ਕਦੇ। ਖੇਤੀ ਸੁਧਾਰ ਬਿੱਲਾਂ ਦੇ ਵਿਰੋਧ ਦੇ ਵਿੱਚ ਅਕਾਲੀ ਦਲ ਦੀ ਸਿਆਸਤ ਨੂੰ ਲੈ ਕੇ ਲਗਾਤਾਰ ਅਕਾਲੀ ਦਲ ਦੇ ਉੱਤੇ ਤਿੱਖੇ ਹਮਲੇ ਕਰਨ ਵਾਲੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਅੱਜ ਸਾਡੇ ਨਾਲ ਮੌਜੂਦ ਨੇ। ਬਿੱਟੂ ਜੀ, ਲਗਾਤਾਰ ਅਕਾਲੀ ਦਲ ਦੀ ਸਿਆਸਤ ਦੇ ਉੱਤੇ ਤਿੱਖੇ ਹਮਲੇ ਕਰਦੇ ਰਹੇ, ਬੀਬੀ ਹਰਸਿਮਰਤ ਕੌਰ ਦੇ ਅਸਤੀਫੇ ਦੀ ਮੰਗ ਕਰਦੇ ਰਹੇ, ਉਸ ਤੋਂ ਬਾਅਦ ਐਨਡੀਏ ਦੇ ਨਾਲ ਨਾਤਾ ਤੋੜਨ ਦੇ ਵੀ ਸੁਝਾਅ ਉਹਨਾਂ ਵੱਲੋਂ ਦਿੰਦੇ ਰਹੇ ਤੁਸੀਂ, ਪਰ ਹੁਣ ਜਦੋਂ ਐਨਡੀਏ ਦਾ ਨਾਤਾ ਵੀ ਟੁੱਟ ਗਿਆ, ਅਸਤੀਫਾ ਵੀ ਹੋ ਗਿਆ, ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ? ਪਹਿਲੀ ਗੱਲ ਸੁਣੋ, ਤਿੱਖੇ ਹਮਲੇ ਅਸੀਂ ਕਿਹੜਾ ਜ਼ਮੀਨ ਵੰਡਣੀ ਹੈ? ਤਿੱਖੇ ਹਮਲੇ ਕਿਉਂ ਕਰਦੇ ਸੀ? ਵੀ ਇਹ ਐਨਡੀਏ 'ਚ ਬੈਠੇ ਨੇ, ਜੇ ਬੀਬੀ ਹਰਸਿਮਰਤ ਕੌਰ ਬਿੱਲ ਆਉਣ ਤੋਂ ਪਹਿਲਾਂ ਅਸਤੀਫਾ ਦੇਗੀ, ਸੁਖਬੀਰ ਸਿੰਘ ਬਾਦਲ ਐਨਡੀਏ ਤੋਂ ਨਾਤਾ ਤੋੜਦਾ ਬਿੱਲ ਆਉਣ ਤੋਂ ਪਹਿਲਾਂ, ਤਾਂ ਹਿੱਲ ਜਾਂਦੇ, ਤਾਂ ਰੌਲਾ ਪਾਉਂਦੇ ਸੀ। ਮੈਂ ਤਾਂ ਪਹਿਲਾ ਬੁਲਾਰਾ ਮੈਂ ਸੀ ਪਾਰਲੀਮੈਂਟ 'ਚ, ਜਿਹੜਾ ਓਪੋਜੀਸ਼ਨ ਪਾਰਟੀ ਵੱਲੋਂ ਮੈਂ ਬਥੇਰਾ ਕਿਹਾ ਵੀ ਦੇ ਦਿਓ ਇਹ ਚਟਨੀ ਚਾਰ ਮਹਿਕਮਾ, ਇਹ ਕੁਛ ਨਹੀਂ ਇਹ 'ਚ ਪਿਆ, ਮਾਰੋ ਚੱਕ ਕੇ ਤੁਸੀਂ 5 ਵਾਰ। ਮੈਂ ਇਹ ਸੁਣ ਲਿਓ ਵੀ 5 ਵਾਰ ਤੁਸੀਂ ਰਾਜ ਕੀਤਾ, ਉਹ ਪੰਜਾਬ ਦੇ ਜ਼ਿਮੀਂਦਾਰਾਂ ਨੇ, ਕਿਸਾਨਾਂ ਨੇ ਤੁਹਾਨੂੰ ਰਾਜ ਕਰਵਾਇਆ ਇਸ ਪੰਜਾਬ ਤੇ 5 ਵਾਰ, ਇਹ ਤਾਂ ਗੱਲ ਹੀ ਕੁਛ ਨਹੀਂ ਗੀ। ਤੇ ਉਹ ਜਿਹੜਾ ਬੰਬ ਕਹਿੰਦੇ ਸੁਖਬੀਰ ਸਿੰਘ ਬਾਦਲ, ਜੇ ਉਹ ਬੰਬ ਇਕੱਠੇ ਹੋ ਕੇ ਸਵੇਰੇ ਸਿੱਟਦੇ ਤਾਂ ਮੈਂ ਸਮਝਦਾ ਬੰਬ ਦਾ ਅਸਰ ਵੀ ਹੁੰਦਾ ਤੇ ਕਿਤੇ ਨਾ ਕਿਤੇ ਭੁਚਾਲ ਪੈ ਜਾਂਦਾ। ਤੇ ਜਨਾਬ ਨੇ ਕੀ ਕੀਤਾ? ਬੰਬ ਜੇਬ 'ਚ ਹੀ ਪਾਈ ਰੱਖਿਆ, ਜਿਵੇਂ ਬ੍ਰਾਂਡਡ ਨਹੀਂ ਹੁੰਦਾ ਕੋਈ, ਇਹਨਾਂ ਨੂੰ ਐਂ ਸੀ ਵੀ ਜਦ ਚੱਲਣਾ ਨਹੀਂ। ਤੇ ਜਦੋਂ ਸਾਰੇ ਬਿੱਲ ਪਾਸ ਹੋ ਗਏ, ਹੁਣ ਕਹਿੰਦੇ ਮਾਈਕ ਨਹੀਂ ਚੱਲਣ ਦਿੱਤਾ। ਜੇ ਸਵੇਰੇ ਆ ਕੇ ਕਹਿੰਦੇ ਕਿਹੜਾ ਮਾਈਕ ਨਾਲ ਚੱਲਣ ਦਿੰਦਾ, ਤੇ ਉਸ ਵੇਲੇ ਜਦੋਂ ਪਾਸ ਹੋ ਗਏ ਬਿੱਲ, ਘਰੇ ਜਾ ਕੇ ਚੋਰੀ ਅਸਤੀਫਾ ਦੇਤਾ, ਬੰਬ ਘਰੇ ਹੀ ਚਲਾ ਲਿਆ। ਉਸ ਗੱਲ ਦਾ ਫਾਇਦਾ ਕੀ ਹੋਇਆ? ਤੇ ਜਿਹੜੀ ਦੂਜੀ ਗੱਲ ਆ, ਅੱਜ ਤੁਸੀਂ ਐਨਡੀਏ ਦੀ ਗੱਲ ਕਰ ਰਹੇ ਹੋ, ਬਾਹਰ ਨਿਕਲ ਗਏ, ਇਹ 'ਚ ਕਿਸਾਨਾਂ ਨੂੰ ਕੀ ਫਾਇਦਾ? ਚਲੋ ਉਹਨਾਂ ਦੀ ਆਪਣੀ ਸਿਆਸਤ ਆ, ਉਹਨਾਂ ਨੇ ਕਰਨੀ ਆ, ਪਰ ਮੈਨੂੰ ਇਹ ਦੱਸੋ ਤੁਸੀਂ, ਐਨਡੀਏ 'ਚੋਂ ਬਾਹਰ ਨਿਕਲਣ ਦਾ ਇਹਨਾਂ ਦੀ ਤਾਂ ਮੈਰਿਜ ਆਫ ਕਨਵੀਨੀਅੰਸ ਸੀਗੀ, ਜਦੋਂ ਦਾ ਵਿਆਹ ਹੋ ਗਿਆ ਹੁਣ ਬੁਢਾਪੇ ਦੇ ਵਿੱਚ ਡਿਵੋਰਸ ਕਰਤਾ। ਹੁਣ ਤਾਂ ਜਿਹੜਾ ਕੁਝ ਕਰਨਾ ਸੀ, ਨਜ਼ਾਰੇ ਲੈਣੇ ਸੀ ਤੁਸੀਂ, ਉਹ ਲੈ ਲਏ ਤੁਸੀਂ ਦੋਨਾਂ ਜਣਿਆਂ ਨੇ। ਤੇ ਹੁਣ ਤੁਸੀਂ ਐਵੇਂ ਦੱਸੋ, ਮੈਂ ਤਾਂ ਹੈਰਾਨ ਆ। ਕੋਈ ਬੰਦਾ ਨਹੀਂ, ਬੀਬੀ ਜੀ ਸੁਖਬੀਰ ਜੀ ਟਰੈਕਟਰ ਚਲਾ ਰਹੇ ਆ, ਬੀਬੀ ਕਦੇ ਨਾਲ ਬੈਠੇ ਆ, ਖੇਤਾਂ 'ਚ ਕਦੇ ਟਰੈਕਟਰ ਚਲਾਇਆ ਨਹੀਂ, ਤੇ ਹੁਣ ਤੁਸੀਂ ਇਹ ਮਾਡਲਿੰਗ ਕਿਹੜੀ ਕਰਨ ਲੱਗੇ ਹੋ? ਇਹਦਾ ਕੀ ਫਾਇਦਾ? ਜੇ ਟਰੈਕਟਰ ਮਾਰਨਾ, ਜਾ ਕੇ ਮਾਰੋ ਮੋਦੀ ਦੇ ਦਰਾਂ 'ਚ, ਮਾਰੋ ਜਿਹੜਾ ਇਹਦੇ ਹੱਕ 'ਚ ਗੱਲ ਕਰਦਾ, ਜਿਹੜਾ ਕਿਸਾਨ ਆ ਉਹਦੇ ਮਾਰੋ। ਮੈਂ ਤਾਂ ਬਹੁਤ ਤਕੜਾ ਸਮਝਦਾ ਸੀ। ਮੈਂ ਤਾਂ ਦੇਖੋ ਮਜੀਠੀਆ ਸਾਹਿਬ ਭਾਊ ਸਾਡਾ ਜਰਨੈਲ ਜਿਹੜਾ ਮਾਝੇ ਦਾ, ਮੈਂ ਤਾਂ ਸਮਝਦਾ ਸੀ ਉਹ ਬੜਕਾ ਜਿਹੜੀ ਜਿਵੇਂ ਵਿਧਾਨ ਸਭਾ 'ਚ ਮਾਰਦਾ, ਉਹ ਇਹਨਾਂ ਨੂੰ ਵੀ ਮਾੜੀ ਮੋਟੀ ਟ੍ਰੇਨਿੰਗ ਦੇਣ ਦਾ। ਮਜੀਠੀਆ ਸਾਹਿਬ ਇਹ ਤਾਂ ਜਮਾਂ ਹੀ ਫੇਲ ਹੋ ਗਏ। ਆਪਣਾ ਜਿਹੜਾ ਜਮਾਈ ਸਾਹਿਬ ਆ, ਉਹਨਾਂ ਨੂੰ ਮਾੜੀ ਮੋਟੀ ਚਾਬੀ ਲਾਉਂਦੇ। ਤੇ ਮੈਂ ਹੈਰਾਨ ਆ ਵੀ ਜਿਹੜਾ ਮਜੀਠੀਆ ਸਾਹਿਬ ਇਹ ਜਿਹੜੀਆਂ ਗੱਲਾਂ ਕਰਦੇ ਨੇ, ਉਹ ਮਾੜੀ ਮੋਟੀ ਕੋਈ ਨਾ ਕੋਈ ਗੱਲ ਲਿਖ ਕੇ ਹੀ ਦੇ ਦਿੰਦੇ ਇਹਨਾਂ ਨੂੰ ਵੀ ਇਹ ਉਸ ਜ਼ੁਬਾਨ 'ਚ ਬੋਲ ਲੈਂਦੇ। ਮੈਂ ਇਹ ਨਹੀਂ ਕਹਿੰਦਾ ਮਜੀਠੀਆ ਦੇ ਕੋਈ ਮੈਂ ਹੱਕ 'ਚ ਗੱਲ ਕਰਨਾ, ਪਰ ਜਦੋਂ ਉਹ ਬੋਲਦਾ ਤਾਂ ਜੁਰਤ ਨਾਲ। ਇਹ ਤਾਂ ਬੋਲ ਹੀ ਨਹੀਂ ਸਕੇ, ਇਹਨਾਂ ਦੇ ਘੁੰਗਰੂ ਪੈ ਗਏ। ਜੇ ਬੋਲਦੇ ਇਹਨਾਂ ਨੂੰ ਮਾੜਾ ਮੋਟਾ ਸਿਖਾ ਕੇ ਭੇਜਦਾ ਵੀ ਆਪਣੀ ਵੱਡੇ ਭੈਣ ਜੀ ਨੂੰ, ਜਦੋਂ ਗਏ ਸੀ ਕੈਬਨਿਟ 'ਚ, ਉੱਥੇ ਬੋਲਦੇ ਪਾਉਂਦੇ ਉੱਥੇ ਗਾ। ਤੇ ਇਸ ਕਰਕੇ ਨਾ ਤਾਂ ਸੁਖਬੀਰ ਬੋਲਿਆ ਕੁਛ, ਕਹਿੰਦੇ ਮਾਈਕ ਬੰਦ ਕਰਤਾ। ਮਾਈਕ ਉਹਨਾਂ ਦੀ ਐਸੀ ਤੈਸੀ ਮਾਈਕ ਬੰਦ, ਕਿਵੇਂ ਕੋਈ ਮਾਈਕ ਬੰਦ ਕਰ ਦੂਗਾ? ਐਨਡੀਏ ਦੇ ਸਭ ਤੋਂ ਪੁਰਾਣੇ ਅਲਾਇੰਸ ਪਾਰਟਨਰ ਹੋ ਤੁਸੀਂ, ਤੇ ਤੁਹਾਡਾ ਇੱਕ ਪ੍ਰਧਾਨ ਦਾ ਮੇਰਾ ਨਾ ਬੰਦ ਕਰ ਲਿਆ ਮਾਈਕ ਉਹਨਾਂ ਨੇ, ਤੇ ਤੁਹਾਡਾ ਤਾਂ ਤੁਸੀਂ ਤਾਂ ਸਾਥੀ ਹੋ, ਤੁਹਾਡਾ ਮਾਈਕ ਕਿਵੇਂ ਬੰਦ ਕਰਤੇ? ਇਸ ਕਰਕੇ ਥੋੜ੍ਹਾ ਬਹੁਤਾ ਮੈਂ ਭਾਊ ਨੂੰ ਕਹੂੰਗਾ ਬਈ ਅੱਗੇ ਤੋਂ ਇਹਨਾਂ ਨੂੰ ਤੇਜ਼ ਕਰੋ ਮਾੜਾ ਮੋਟਾ। ਫਿਰ ਵੀ ਪੁਰਾਣੀ ਅਕਾਲੀ ਦਲ ਪਾਰਟੀ ਆ, ਤੇ ਮੈਂ ਆਪਣੀ ਪਾਰਟੀ ਨੂੰ ਵੀ ਕਹਿਣਾ ਬੇਨਤੀ, ਕੱਲ੍ਹ ਨੂੰ 28 ਨੂੰ ਚੱਲੇ ਆ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਉਹ ਸਮਾਧ ਤੇ, ਉੱਥੋਂ ਤਾਕਤ ਲੈ ਕੇ ਸਿੱਧਾ ਦਿੱਲੀ ਨੂੰ ਕੂਚ ਕਰਨ ਦਾ ਪ੍ਰੋਗਰਾਮ ਬਣਾਉਣ। ਚੰਡੀਗੜ੍ਹ ਦਾ ਕੁਛ ਨਹੀਂ ਬਣਨਾ, ਸਾਨੂੰ ਜਾਣਾ ਪਊ, ਸਾਨੂੰ ਹੁਕਮ ਕਰਨ, ਅਸੀਂ ਵੱਜਾਂਗੇ। ਜੇ ਸਾਡਾ ਕਿਸਾਨ ਨਹੀਂ ਤਾਂ ਸਾਡੇ ਪੱਲੇ ਕੀ ਰਹਿਣਾ? ਅਸੀਂ ਤਾਂ ਖਤਮ ਹੀ ਖਤਮ ਆ, ਤੇ ਸਾਡਾ ਪੰਜਾਬ ਵੀ ਖਤਮ ਆ। ਇਸ ਕਰਕੇ ਨੱਕ 'ਚ ਦਮ ਕਰਾ ਦਾਂਗੇ, ਅਸੀਂ ਪਿੱਛੇ ਹਟਣ ਵਾਲੇ ਨਹੀਂ ਗਏ।
ਤੁਹਾਨੂੰ ਕਿੱਦਾਂ ਕੀ ਲੱਗਦਾ ਕਿ ਅਕਾਲੀ ਦਲ ਤਾਂ ਲਗਾਤਾਰ ਕਹਿ ਰਿਹਾ ਕਿ ਉਹਨਾਂ ਵੱਲੋਂ ਵੱਡੀ ਕੁਰਬਾਨੀ ਦਿੱਤੀ ਗਈ ਹੈ, ਅਸਤੀਫਾ ਦੇ ਕੇ ਐਨਡੀਏ ਦੇ ਉੱਤੇ ਵੱਡਾ ਬੰਬ ਸਿੱਟਿਆ ਗਿਆ, ਤੁਸੀਂ ਕਹਿੰਦੇ ਹੋ ਕਿ ਉਹਨਾਂ ਵੱਲੋਂ ਕੁਝ ਕੀਤਾ ਹੀ ਨਹੀਂ ਗਿਆ? ਦੇਖੋ ਹੁਣ ਉਹ ਕੁਰਬਾਨੀ ਅਸਤੀਫੇ ਨੂੰ ਦੇਈ ਜਾਂਦੇ ਆ, ਅਸੀਂ ਕੁਰਬਾਨੀ ਸਮਝਦੇ ਹਾਂ ਸਰਦਾਰ ਬੇਅੰਤ ਸਿੰਘ ਦੀ, ਵੀ ਜਿਹੜੇ ਬੰਬ ਨਾ ਉੱਡ ਗਏ। ਅਸੀਂ ਸਮਝਦੇ ਹਾਂ ਉਹ ਕੁਰਬਾਨੀਆਂ ਜਿਹੜੇ 25,000 ਲੋਕਾਂ ਨੇ ਸ਼ਹਾਦਤਾਂ ਦੇ ਦਿੱਤੀਆਂ ਪੰਜਾਬ ਨੂੰ, ਤੇ ਇਹ ਕੁਰਬਾਨੀ ਮਿਨਿਸਟਰੀ ਦੀ ਸਮਝਦੇ ਆ। ਇਹਨਾਂ ਲਈ ਕੀ ਮਿਨਿਸਟਰੀ ਹੈ ਯਾਰ? ਇਹਨਾਂ ਕੋਲ ਤਾਂ ਪਰਮਾਤਮਾ ਦਾ ਆਪ ਦਾ ਇੰਨਾ ਕੁਝ ਦਿੱਤਾ ਏ। ਇਹਨਾਂ ਕੋਲ ਤਾਂ ਉਹ ਮਿਨਿਸਟਰੀ ਜਿਹੜੀ ਦਿੱਤੀ ਹੋਈ ਸੀ, ਕੋਈ ਹਾਂ ਐਗਰੀਕਲਚਰ ਮਿਨਿਸਟਰੀ ਹੁੰਦੀ, ਕੋਈ ਡਿਫੈਂਸ ਮਿਨਿਸਟਰੀ ਹੁੰਦੀ, ਕੋਈ ਹੋਮ ਮਿਨਿਸਟਰੀ ਹੁੰਦੀ, ਮੈਂ ਮੰਨਦਾ ਕੁਰਬਾਨੀ। ਇਹ ਤਾਂ ਚਟਨੀ ਟੌਫੀਆਂ ਵਾਲਾ ਮਹਿਕਮਾ ਯਾਰ, ਗੁੱਡ ਟੌਫੀਆਂ ਜਿਹਦੇ 'ਚ ਪਾ ਕੇ ਪੈਕ ਕਰਕੇ ਆਪਣੇ ਭੇਜਦੇ ਆ, ਉਹ ਮਹਿਕਮਾ ਹੈ। ਆ ਜਿਹੜੇ ਬਣ ਕੇ ਨਹੀਂ ਆਉਂਦੇ, ਪੀਜ਼ਾ ਆ ਗਿਆ, ਉਹ ਵੀ ਛੋਟਾ ਇੱਕ ਇੱਕ ਪੀਸ ਬਣ ਕੇ ਉਹ ਬਣਾਉਣ ਦਾ ਬੀਬੀ ਦਾ ਕੰਮ ਆ। ਟੌਫੀਆਂ ਗੁੜ ਵਾਲੀਆਂ ਬਣਾ ਲੀਆਂ, ਉਹ ਗੋਲ ਦੂਜੀਆਂ ਔਰੰਜ ਟੌਫੀਆਂ ਉਹ ਤੇ ਕਬਰ ਚੜਾ ਲਏ, ਇਹ ਮਹਿਕਮਾ ਸੀ। ਇਹ ਤੋਂ ਅਸਤੀਫਾ ਦੇ ਕੇ ਕੁਰਬਾਨੀ ਦੁਰ ਫਿੱਟੇ ਮੂੰਹ ਜੇ ਇਹੋ ਜਿਹੀ ਕੁਰਬਾਨੀ ਆ ਯਾਰ। ਟਰੈਕਟਰ ਤੇ ਬਹਿ ਕੇ ਉੱਥੇ ਝੂਟੇ ਲੈ ਕੇ ਆਉਂਦੇ ਆ। ਇਸ ਕਰਕੇ ਐ ਨਹੀਂ ਗੱਲ ਬਣਨੀ। ਆਪ ਦੇ ਬੰਦੇ ਇਕੱਠੇ ਕਰ ਲਏ, ਉਹਨਾਂ 'ਚ ਭਾਸ਼ਣ ਕਰੀ ਜਾਂਦੇ, ਉਹਦਾ ਕੀ ਫਾਇਦਾ? ਉਹ ਤਾਂ ਸਾਰਾ ਪੰਜਾਬ ਹੀ ਸੜਕਾਂ ਤੇ ਆ। ਇਹ ਗੱਲ ਕਰੋ ਵੀ ਜਾ ਕੇ ਮੋਦੀ ਦੀ ਸਰਕਾਰ ਦੇ ਹਿੱਕ 'ਚ ਕਿਵੇਂ ਵੱਜਣਾ। ਗੱਲ ਤਾਂ ਬਣਨੀ ਆ। ਉਹਨਾਂ ਨੂੰ ਕੀ, ਪੰਜਾਬ ਆਪਾਂ ਆਪਣਾ ਬੰਦ ਕਰੀ ਬੈਠੇ ਆ, ਲੋਕਾਂ ਨੂੰ ਆਪ ਨੂੰ ਤਕਲੀਫ ਦੇਈ ਜਾਂਦੇ ਆ, ਉਹਦੇ ਨਾਲ ਕੀ ਫਰਕ ਪੈਂਦਾ? ਟਰੈਕਟਰਾਂ ਤੇ ਗੇੜੇ ਕੱਢ ਕੇ ਤੇਲ ਆਪ ਦਾ ਫੂਕੀ ਜਾਂਦੇ ਆ। ਤੇ ਇਸ ਕਰਕੇ ਸਾਡੀ ਕਿਸਾਨ ਯੂਨੀਅਨਾਂ ਨੂੰ ਬੇਨਤੀ ਆ ਵੀ ਜਿਵੇਂ ਮੈਂ ਕੱਲ ਕਿਹਾ, ਮੈਂ ਜਿਵੇਂ ਚੰਡੀਗੜ੍ਹ ਮੇਰੇ ਯਾਦ ਆ ਜ਼ਿਹਨ 'ਚ, ਮੇਰੇ ਛੋਟੇ ਹੁੰਦੇ ਹੀ ਜਦੋਂ ਬੜੇ ਸੀ, ਗਵਰਨਰੀ ਰਾਜ ਸੀ, ਕੱਪੜੇ ਪਏ ਹੁੰਦੇ ਸੀ ਸੁੱਕਣੇ, ਕਸ਼ਹਿਰੇ ਪਾਏ ਕਿਸਾਨਾਂ ਦੇ ਲੇਕ ਦੇ ਉੱਤੇ, ਰੋਜ਼ ਗਾਰਡਨ ਦੇ ਵਿੱਚ ਧੂਆਂ ਕੱਢਤਾ ਸੀ। ਜਿਹੜੇ ਵੱਡੇ ਬਾਬੂ ਸੀ ਡਰ ਗਏ ਜਦੋਂ ਜੱਟ ਫਿਰਦੇ ਸੀ ਉੱਥੇ ਟਰੈਕਟਰ ਲਈ। ਹਜ਼ਾਰਾਂ ਮੱਝਾਂ ਗਾਵਾਂ ਸਵੇਰੇ ਹੀ ਜਦੋਂ ਉੱਠਦਿਆਂ ਨੂੰ ਬਾਂ ਕਰਦੀਆਂ ਸੀ ਨਾ, ਜਗਾਉਂਦੀਆਂ ਅਲਾਰਮ, ਉਹ ਸੀ। ਤੇ ਜਦੋਂ ਉੱਥੇ ਫੇਰਾਂਗੇ ਹੁੱਡਾ ਸਾਹਿਬ ਨੂੰ, ਮੈਂ ਕਹਿੰਦਾ ਉੱਠੋ ਹੋ ਕੈਮ। 3 ਪਾਸਿਓਂ ਲੱਗਦਾ ਹਰਿਆਣਾ ਦਿੱਲੀ ਨੂੰ, ਇੱਕ ਪਾਸੇ ਰਾਜਸਥਾਨ ਲੱਗਦਾ, ਤੇ ਇਹਨਾਂ ਦੇ ਉਹ ਤਿੰਨੋਂ ਚਾਰੋਂ ਪਾਸੇ ਕਿਸਾਨ ਆ। ਤੇ ਜਾਂ ਆਪਾਂ ਇਹ ਕਰ ਕੀ ਲੈਣਗੇ? ਬੜੇ ਐਜੀਟੇਸ਼ਨ ਲੜੇ, ਪਰ ਸਾਰਿਆਂ ਨੂੰ ਉੱਧਰ ਡਕੈਤ ਸਾਹਿਬ ਦਾ ਜਿਹੜੇ ਆ ਮੁੰਡਾ ਏ, ਜਿਹੜਾ ਏ ਉੱਧਰ ਸਾਡੇ ਉਹ ਵੀ ਜਿਹੜੇ ਸਾਡੇ ਪੁਰਾਣੇ ਯੂਪੀ ਦੇ ਵਿੱਚ ਜਿਹੜੇ ਸਾਡੇ ਸਾਰੀ ਲੀਡਰਸ਼ਿਪ ਆ, ਉਹ ਪਰਿਵਾਰ ਉੱਠਣ ਸਾਰੇ, ਜੈ ਕਿਸਾਨ ਜੈ ਜਵਾਨ ਦਾ ਨਾਅਰਾ ਲਾ ਕੇ ਜਿੰਨੇ ਕਿਸਾਨ ਲੀਡਰ ਨੇ ਸਾਰੇ ਹੀ ਜਿਹੜੇ ਕਿਸਾਨ ਯੂਨੀਅਨ ਆ ਉਹਨਾਂ ਨਾਲ ਸੰਪਰਕ ਕਰ ਲੈਣ। ਗੱਲ ਕਿੱਡੀ ਕਾ, ਮੀਟਿੰਗ ਰੱਖਣ ਦਿੱਲੀ 'ਚ। ਤੇ ਜਾਟ ਮਹਾਸਭਾ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਜੀ ਜਿਹੜੇ ਉਹਨਾਂ ਨੇ ਹਾਲਾਤ ਸੀਗਾ ਜਦੋਂ ਕੇਸਰੀ ਪੱਗਾਂ ਬੰਨ੍ਹ ਕੇ ਗਏ ਸੀ, ਬੱਸ ਕਰਵਾਤੀ ਸੀ ਸਭ ਦੀ। ਤਾਂ ਮੈਂ ਤਾਂ ਕੈਪਟਨ ਸਾਹਿਬ ਨੂੰ ਕਹੂੰਗਾ ਵੀ ਬੰਨ੍ਹ ਲਓ ਕੇਸਰੀ ਪੱਗ ਇੱਕ ਵਾਰ, ਉਹ ਜਾ ਕੇ ਭਗਤ ਸਿੰਘ ਦੀ ਸਮਾਧ ਤੇ ਕੇਸਰੀ ਜਿੱਦਣ ਬੰਨ੍ਹ ਲਈ ਪੱਗ ਤੁਸੀਂ ਜੱਟ ਨੇ, ਕੈਪਟਨ ਅਮਰਿੰਦਰ ਸਿੰਘ ਨੇ, ਤੇ ਮੈਂ ਕਹਿੰਦਾ ਦਿੱਲੀ ਕੀ ਸਭ ਕੁਝ ਹਿੱਲ ਜੂਗਾ। ਉਹ ਹਿਲਾਉਣ ਨੂੰ ਅਸੀਂ ਮਗਰ ਖੜੇ ਆ ਤੁਹਾਡੇ, ਜਾਂ ਮੂਹਰੇ ਲਾ ਲਓ ਸਾਨੂੰ, ਅਸੀਂ ਲੱਗਣ ਨੂੰ ਤਿਆਰ ਆ, ਮੂਹਰੇ ਲਾ ਲਓ, ਪਰ ਅਸੀਂ ਤੁਹਾਡੇ ਪਿੱਛੇ, ਤੁਹਾਡੀ ਤਾਕਤ ਆ ਜਿਹੜੀ ਉਹ ਤੁਹਾਡੀ ਆ। ਨਾਲ ਇੱਕ ਫੌਜੀ ਵੀ ਹੋ, ਇੱਕ ਕਿਸਾਨ ਵੀ ਹੋ। ਤੇ ਇਸ ਕਰਕੇ ਇਹਨਾਂ ਦੀ ਐਸੀ ਤੈਸੀ ਦੇ ਦਾਂਗੇ ਜਦੋਂ ਤੁਸੀਂ ਬੋਲੋਗੇ। ਚੰਡੀਗੜ੍ਹ ਦਾ ਰਾਹ ਰੋਕਣ ਦੀ ਗੱਲ ਕੀਤੀ ਆ, ਦਿੱਲੀ ਦੇ ਹਰਿਆਣੇ ਦਾ ਰਾਹ ਰੋਕਣ ਦੀ ਗੱਲ ਕਰ ਰਹੇ ਹੋ ਤੁਸੀਂ, ਠੀਕ ਹੈ ਕਿ ਚੰਡੀਗੜ੍ਹ ਦਾ ਰਸਤਾ ਬੰਦ ਕਰ ਦਾਂਗੇ। ਦੇਖੋ ਗੱਲ ਇਹ ਆ, ਜਿੰਨੀਆਂ ਇਹਨਾਂ ਦੀਆਂ ਕੋਠੀਆਂ ਹੈ, ਜਿਹੜੇ ਆ ਮੁੱਖ ਮੰਤਰੀ ਤੋਂ ਲੈ ਕੇ ਮੰਤਰੀ ਤੱਕ, ਪ੍ਰਾਈਵੇਟ ਇਹਨਾਂ ਦੇ ਅਫਸਰਾਂ ਦੀਆਂ, ਜਾਂ ਹੋਰ ਵੀ ਜਿਹੜੇ ਹਰਿਆਣੇ ਵਾਲੇ ਰੋਜ਼ ਦਫ਼ਤਰ ਉੱਥੇ ਨੇ। ਤੇ ਜਦੋਂ ਸਾਡਾ ਕੰਮ ਆ ਜਿਹੜਾ ਦਿੱਲੀ ਸਾਡਾ ਨੂੰ ਜਾਣ ਦਿੰਦੇ, ਤੇ ਫਿਰ ਅਸੀਂ ਕਿਉਂ ਵੜਨ ਦਈਏ? ਅਸੀਂ ਇਹ ਇੱਕ ਵਾਰ ਬੰਦ ਕਰਤਾ ਸੀ, ਫਿਰ ਅਲੱਗ ਰਾਹ ਬਣਾਉਣਾ ਪਿਆ ਸੀ ਜਦੋਂ ਉਸ ਵੇਲੇ ਬੰਸੀ ਲਾਲ ਹੋਣਾ ਨੂੰ। ਤੇ ਇਸ ਕਰਕੇ ਅਸੀਂ ਵੀ ਇਹ ਫੈਸਲਾ ਜਿਹੜਾ ਹਫ਼ਤੇ ਤੱਕ ਲੈ ਲੈਣਾ ਏ, ਤੇ ਮੁੜ ਕੇ ਤੁਸੀਂ ਦੇਖੋਗੇ। ਕਿਉਂਕਿ ਯਾਰ ਅਸੀਂ ਆਪਣੀ ਡੈਮੋਕ੍ਰੇਸੀ, ਸਾਨੂੰ ਤੁਸੀਂ ਦਿੱਲੀ ਕਿਉਂ ਨਹੀਂ ਜਾਣ ਦੇ ਰਹੇ ਬਈ? ਅਸੀਂ ਆਪਣੀ ਗੱਲ ਨਹੀਂ ਕਰ ਸਕਦੇ? ਅਸੀਂ ਕੋਈ ਉੱਥੇ ਅੱਗ ਲਾਉਣੀ ਹੈ ਕਿਸੇ ਨੂੰ ਜਾ ਕੇ? ਇਹ ਤਾਂ 4 MP ਨੂੰ ਸਾਡਾ ਹਾਲ ਦੇਖੋ ਕੀ ਕੀਤਾ ਇਹਨਾਂ ਨੇ, ਪਾਰਲੀਮੈਂਟ ਦੇ ਮੂਹਰੇ ਸਾਨੂੰ ਕੁੱਟਿਆ। ਤੇ ਇਸ ਕਰਕੇ ਕੋਈ ਫਰਕ ਨਹੀਂ, ਉਹ ਛੋਟੀਆਂ ਗੱਲਾਂ ਏ। ਤੇ ਇਸ ਕਰਕੇ ਡਿਸੀਜਨ ਲੈਣਾ ਪਊ, ਸਭ ਨੂੰ ਲੈਣਾ ਪਊ। ਭਗਵੰਤ ਮਾਨ ਕਵੇ, ਮੈਂ ਮਾਨ ਸਾਹਿਬ ਦੀ ਇੱਜ਼ਤ ਕਰਦਾ, ਕਹਿਣ ਕੇਜਰੀਵਾਲ ਨੂੰ ਬਈ ਭਾਈ ਸਾਡੇ ਲਈ ਰਾਹ ਬਣਾਏ, ਸਾਡੇ ਲਈ ਦਿੱਲੀ ਹਰ ਜਗ੍ਹਾ ਦਾ ਪ੍ਰਬੰਧ ਕਰ, ਸਾਡੇ ਕਿਸਾਨਾਂ ਦਾ ਉੱਥੇ ਰਹਿਣ ਦਾ, ਜਿੱਥੇ ਆ ਕੇ ਅਸੀਂ ਉੱਥੇ ਟਰੈਕਟਰ, ਆਪਣੇ ਪਸ਼ੂ ਸਭ ਕੁਝ ਬਾੜ ਦਈਏ ਉੱਥੇ ਲਿਆ ਕੇ। ਇਹਨਾਂ ਦਾ ਤਾਂ 5 ਮਿੰਟ 'ਚ ਇਹਨਾਂ ਦਾ ਸਾਹ ਜਿਹੜਾ ਰੁਕ ਜੂਗਾ। ਇਸ ਕਰਕੇ ਛੋਟੀਆਂ ਗੱਲਾਂ ਇਹ ਹਜੇ ਇਹਨਾਂ ਨੂੰ ਇਹ ਪਤਾ ਨਹੀਂ ਵੀ ਐਜੀਟੇਸ਼ਨ ਜਾਣਾ ਕਿੱਥੇ ਤੱਕ ਆ। ਇਹ ਤਾਂ ਕੱਲਾ ਜਿਹੜਾ ਇਹ ਉਹ ਪਾਰਟੀ ਜਦੋਂ ਐਜੀਟੇਸ਼ਨ ਪੰਜਾਬ 'ਚੋਂ ਨਿਕਲ ਕੇ ਮੂਵਮੈਂਟ ਹੈ ਜਿਹੜੀ ਦਿੱਲੀ ਵੱਲ ਨੂੰ ਹੋਣੀ ਚਾਹੀਦੀ ਆ, ਇਹ ਤਾਂ ਭੇਸ ਬਦਲ ਕਿੱਥੇ ਤੱਕ ਅਸੀਂ ਪਹੁੰਚ ਜਾਂਦੇ ਸੀ। ਇਹ ਕਿਹੜੀ ਗੱਲ ਆ? ਇਹ ਕਿੰਨਾ ਚਿਰ ਵੜ ਨਹੀਂ ਦੇਣਗੇ ਸਾਨੂੰ ਇਹ ਲੋਕ। ਨਾਲੇ ਦੂਜੀ ਗੱਲ ਆ, ਜਿਹੜੀ ਪੁਲਿਸ ਆ ਉਹ ਕਿੱਥੋਂ ਆ? ਉਹ ਵੀ ਜ਼ਿਆਦਾ ਕਿਸਾਨ ਫੈਮਲੀਆਂ ਚੋਂ ਹੀ ਨਿਕਲ ਕੇ ਮੁੰਡੇ ਗਏ ਨੇ, ਉਹ ਕਿਹੜੇ ਕਿਤੋਂ ਬਾਹਰੋਂ ਆ। ਇਸ ਕਰਕੇ ਉਹਨਾਂ ਨੂੰ ਮੈਂ ਚਾਹੁੰਦਾ ਤੁਸੀਂ ਆਪਣੇ ਪੁਰਖਾਂ ਦੀ, ਜਿਹੜੀ ਤੁਹਾਡੇ ਬਜ਼ੁਰਗਾਂ ਦੀ ਜਿਹੜੀ ਇਹ ਸਾਰੀ ਜ਼ਮੀਨ ਦਾ ਤਾਂ ਜਿਹੜਾ ਵਿਰਸਾ ਏ, ਤੁਸੀਂ ਵੀ ਨਾ ਰੋਕੋ, ਪਰੇ ਹੋ ਜਾਓ। ਅਸੀਂ ਕਿਸੇ ਨੇ ਗੱਲ ਹੀ ਕਰਨੀ ਆ ਨਾ। ਜਦੋਂ ਮੂਵਮੈਂਟ ਚੱਲੀ, ਚਾਹੇ ਸਾਡੇ ਵੇਲੇ ਸੀ ਅੰਨਾ ਹਜ਼ਾਰਾ ਮੂਵਮੈਂਟ ਚੱਲੀ,
ਸਾਡੀ ਮੰਤਰੀ ਉਸ ਵੇਲੇ ਦੇ ਸਭ ਤੋਂ ਸੀਨੀਅਰ ਪ੍ਰਣਬ ਮੁਖਰਜੀ 에ਅਰਪੋਰਟ ਤੋਂ ਲੈਣ ਗਏ ਤੇ ਕਿੰਨਾ ਚਿਰ ਉਹ ਮੂਵਮੈਂਟ ਚੱਲਦੀ ਰਹੀ। ਕਿਸੇ ਨੇ ਰਾਮਲੀਲਾ ਮੈਦਾਨ ਚੋਂ ਕਿਸੇ ਨੇ ਹਟਾਇਆ ਤੇ ਜਦੋਂ ਗੱਲ ਮੰਨੀ ਗਈ, ਜਦੋਂ ਇਹ ਕਾਨੂੰਨ ਜਿਹੜਾ ਲੈ ਕੇ ਆਉਣਾ ਸੀਗਾ ਉਹ ਕਾਨੂੰਨ ਸਰਕਾਰ ਨੂੰ ਆ ਜਿਹੜਾ ਪਾਰਲੀਮੈਂਟ 'ਚ ਲੈ ਕੇ ਆਉਣਾ ਪਿਆ, ਲੋਕਪਾਲ ਬਿੱਲ ਸੀ ਜਾਂ ਹੋਰ ਜਿਹੜੇ ਕਾਨੂੰਨ ਸੀ ਜਿਹੜਾ ਮੰਗ ਸੀ। ਇਸ ਕਰਕੇ ਸਾਨੂੰ ਰਾਮਲੀਲਾ ਮੈਦਾਨ ਤੱਕ ਜਾਣ ਦਿਓ, ਅਸੀਂ ਆਪਣਾ ਉੱਥੇ ਦੇਖਾਂਗੇ। ਦੇਖ ਲਿਓ ਜੇ ਸਾਡੀ ਤਾਕਤ ਹੋਊਗੀ। ਜਿਹਨੂੰ ਤੁਸੀਂ ਖੁਸ਼ ਕਰਨ ਲਈ ਬਿੱਲ ਬਣਾ ਰਹੇ ਹੋ, ਤੁਸੀਂ ਮੈਨੂੰ ਦੱਸੋ, ਤੁਸੀਂ ਮੈਨੂੰ ਕਹਿੰਦੇ ਹੋ ਵੀ ਆਹ ਚੀਜ਼ ਲੈ ਲਾ, ਮੈਂ ਕਹਿੰਦਾ ਮੈਂ ਲੈਣੀ ਨਹੀਂ। ਤੁਸੀਂ ਕਹਿੰਦੇ ਤੇਰੇ ਲਈ ਬਹੁਤ ਵਧੀਆ ਹੈ ਜੀ, ਇਹ ਤਾਂ ਤੇਰੇ ਨੂੰ ਫਾਇਦਾ ਹੀ ਬਹੁਤ ਦਊਗਾ, ਤੇਰੀ ਉਮਰ ਜਿਹੜੀ ਹੈ 20 ਸਾਲ ਘਟਾ ਦੂਗੇ, ਤਾਂ ਐਸਾ ਪ੍ਰੋਡਕਟ ਆ ਲਾ ਕੇ ਤਾਂ ਦੇਖ। ਮੈਂ ਕਹਿੰਦਾ ਮੈਨੂੰ ਚਾਹੀਦਾ ਨਹੀਂ, ਜਿੰਨਾ ਮੇਰੇ ਕੋਲ ਹੈਗਾ ਮੈਂ ਉਨਾ ਹੀ ਠੀਕ ਹਾਂ, ਮੈਨੂੰ ਇਹ ਤੁਹਾਡਾ ਪ੍ਰੋਡਕਟ ਨਹੀਂ ਚਾਹੀਦਾ। ਤੁਸੀਂ ਜ਼ਬਰਦਸਤੀ ਕਿਸਾਨ ਨੂੰ ਦਿੰਦੇ ਹੋ। ਤੇ ਫਿਰ ਜਿਹੜੀਆਂ ਵੀ ਆ ਚੀਜ਼ਾਂ ਤੁਹਾਡੇ ਬਣੀਆਂ ਹੋਈਆਂ, ਮੈਂ ਦੇਖਣ ਅੱਜ ਚੱਲਿਆ ਵੀ ਕਿੱਥੇ ਇਹ ਅਡਾਨੀ ਤੇ ਅਮਾਨੀ ਦੇ ਜਿਹੜੇ ਅੱਡੇ ਬਣੇ ਨੇ, ਜਿਹੜੇ ਲੁਧਿਆਣੇ ਜ਼ਿਲ੍ਹੇ 'ਚ ਬਣਾਏ ਨੇ, ਤੁਹਾਨੂੰ ਨਾਲ ਲਿਜਾ ਕੇ ਸਾਰੀ ਤਾਲਾਬੰਦੀ ਕਰ ਦਾਂਗੇ, ਹਰੇਕ ਦੀ ਡਿਊਟੀ ਲਾ ਦਾਂਗੇ ਤੇ ਉਦੋਂ ਪਿੰਡਾਂ ਦੀ ਵੀ ਬੈਠੋ ਇੱਥੇ ਰਾਤ ਨੂੰ, ਹਿੱਲਣ ਹੀ ਨਹੀਂ ਦੇਣਾ ਕਿਸੇ ਨੂੰ। ਇਹ ਜ਼ਮੀਨਾਂ ਕਿਹਨੇ ਦਿੱਤੀਆਂ ਏ? ਇਹ ਬਾਦਲ ਤੇ ਹਰਸਿਮਰਤ ਕੌਰ ਬੀਬੀ ਨੇ ਦਿੱਤੀਆਂ ਏ। ਇਹ ਪਿਛਲੇ ਜਦੋਂ ਇਹਨਾਂ ਦੀ ਸਰਕਾਰ ਸੀਗੀ 10 ਸਾਲ, ਉਦੋਂ ਇਹ ਸਾਰੀਆਂ ਜ਼ਮੀਨਾਂ ਦੇ ਕੇ ਗਏ ਨੇ। ਇਹ ਕਹਿੰਦੇ ਆ ਜੀ ਇਹ ਲੋਕਾਂ ਨੂੰ ਕਹਿੰਦੇ ਇਹ ਉਹ ਛੱਡੋ ਯਾਰ, ਕਾਂਗਰਸ ਨੇ ਮੈਨੀਫੈਸਟੋ 'ਚ ਕੀ ਲਿਖਿਆ ਸੀ, ਤੁਸੀਂ ਕੀ ਲਿਖਿਆ ਸੀ, ਹੁਣ ਗੱਲ ਮੁਕਾਓ। ਤੁਸੀਂ ਇਸ ਗੱਲਾਂ 'ਚ ਕਿਉਂ ਪਏ ਹੋਏ? ਤੁਸੀਂ ਕਹੋ ਜੀ ਇੱਕ ਹੋਈਏ, ਇੱਕ ਹੋਈਏ, ਇੱਕ ਹੋਈਏ, ਜਾ ਕੇ ਬੰਬ ਬਣ ਕੇ ਜਿਹੜਾ ਦਿੱਲੀ ਦੇ ਵਿੱਚ ਵੱਜੀਏ, ਗੱਲ ਖਤਮ ਕਰੋ। ਇਹ ਲੋਕ ਜਿੰਨਾ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ ਰਹੋਗੇ ਨਾ, ਵੀ ਫਲਾਨੇ ਦੇ ਮੈਨੀਫੈਸਟੋ 'ਚ ਵੀ ਇਹ ਲਿਖਿਆ ਸੀ, ਫਲਾਨੇ ਦੇ ਵੀ ਇਹ ਲਿਖਿਆ ਸੀ, ਇਹ ਗੱਲਾਂ ਨਾਲ ਕੀ ਸਾਬਤ ਕਰੋ? ਤੁਹਾਨੂੰ ਇਹ ਤੁਹਾਡੇ ਮੈਨੀਫੈਸਟੋ ਨੂੰ ਰਿਜੈਕਟ ਕਰਤਾ ਲੋਕਾਂ ਨੇ, ਰੱਦੀ 'ਚ ਸਿੱਟਤਾ ਇਹ ਮੈਨੀਫੈਸਟੋ। ਬਿਲਕੁਲ ਇਕੱਠੇ ਹੋ ਕੇ ਜੋ ਪ੍ਰਦਰਸ਼ਨ ਕਰਨ ਦੀ ਗੱਲਬਾਤ ਹੋ ਰਹੀ ਆ। ਇੱਥੇ ਮੈਂ ਇੱਕ ਹੋਰ ਗੱਲ ਕਰਨਾ ਚਾਹੂੰਗਾ। ਐਨਡੀਏ ਵੱਲੋਂ ਨਾਤਾ ਤੋੜਨ ਤੋਂ ਬਾਅਦ ਅਕਾਲੀ ਦਲ ਹੁਣ ਅਲੱਗ ਲੜੇਗਾ 2022 ਇਲੈਕਸ਼ਨ। ਸਿਮਰ ਬੈਂਸ ਨੇ ਇਹਦੇ ਉੱਤੇ ਆਪਣਾ ਬਿਆਨ ਦਿੱਤਾ ਕਿ ਸੁਖਬੀਰ ਬਾਦਲ ਕਹਿੰਦੇ ਨੇ ਕਿ ਉਹਨਾਂ ਨੇ ਐਨਡੀਏ ਉੱਤੇ ਬੰਬ ਸਿੱਟਿਆ। ਅਸਲੀ ਬੰਬ ਤਾਂ ਹੀ ਮੰਨਿਆ ਜਾਏਗਾ ਜੇ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਐਮਪੀਸ਼ਿਪ ਤੋਂ ਇਸਤੀਫਾ ਦੇ ਕੇ ਦੁਬਾਰਾ ਜਿੱਤ ਕੇ ਵਾਪਸ ਜਾਂਦੇ ਨੇ। ਤੇ ਦੂਜੇ ਪਾਸੇ ਉਹਨਾਂ ਨੇ ਤੁਹਾਡੇ ਤੇ ਵੀ ਕਟਾਕਸ਼ ਕੀਤਾ ਕਿ ਜੇ ਐਨਡੀਏ ਤੇ ਅਕਾਲੀ ਦਲ ਇਕੱਠੇ ਨਾ ਲੜਦੇ, ਬੀਜੇਪੀ ਦੀਆਂ ਵੋਟਾਂ ਮਹੇਸ਼ਿੰਦਰ ਸਿੰਘ ਗਰੇਵਾਲ ਨੂੰ ਨਾ ਮਿਲੀਆਂ ਤੇ ਰਵਨੀਤ ਬਿੱਟੂ ਵੀ ਜਿੱਤਦਾ ਨਹੀਂ ਸੀਗਾ। ਦੇਖੋ ਬੈਂਸ ਸਾਹਿਬ ਨੂੰ ਮੁਬਾਰਕ, ਬਹੁਤ ਵਧੀਆ ਐਜੀਟੇਸ਼ਨ ਜਿਹੜਾ ਉਹਨਾਂ ਨੇ ਜਾ ਕੇ ਅੰਬਾਲੇ 'ਚ ਸ਼ੰਭੂ ਬਾਰਡਰ ਤੇ ਕੀਤਾ। ਮੈਂ ਤਾਂ ਇਹੀ ਕਹਿਣਾ ਨੇ ਵੀ ਜੇ ਤਾਕਤ ਸਾਰਿਆਂ ਦੀ ਇਕੱਠਿਆਂ ਦੀ ਹੋਊਗੀ, ਬੈਂਸ ਸਾਹਿਬ ਤਾਂ ਕਹਿ ਵੀ ਰਹੇ ਆ ਇਹ ਗੱਲ, ਪਰ ਮੈਂ ਦੇਖੋ ਇਸ ਗੱਲ ਨਾਲ ਸਹਿਮਤ ਨਹੀਂ। ਅਸਤੀਫਾ ਤਾਂ ਬਹੁਤ ਛੋਟੀ ਚੀਜ਼ ਹੈ, ਅਸਤੀਫਾ ਦੇ ਕੇ ਕੀ ਹੋਊਗਾ? ਅਸਤੀਫਾ ਆਪਾਂ ਦੇ ਦਾਂਗੇ, ਮੈਂ ਅਸਤੀਫਾ ਦੇ ਦਿੰਦਾ ਜਾਂ ਕੋਈ ਹੋਰ ਦੇ ਦਿੰਦਾ, ਉਹ ਫੇਰ ਪੰਜਾਬ ਦੇ ਹੀ ਆਪਾਂ ਪੰਜਾਬੀਆਂ ਨਹੀਂ ਲੜਨਾ ਆਪਸ ਵਿੱਚ, ਕੋਈ ਬਾਹਰੋਂ ਆ ਕੇ ਤਾਂ ਲੜੂਗਾ ਨਹੀਂ। ਇਹ ਮਜ਼ਾਕੀਆ ਗੱਲ ਨਹੀਂ ਗੀ ਵੀ ਅਸੀਂ ਅਸਤੀਫਾ ਦੇ ਦਈਏ, ਉਹ ਦਿੱਲੀ ਵਾਲੇ ਇਲੈਕਸ਼ਨ ਕਰਾ ਦੇਣਗੇ, ਫਿਰ ਅਸੀਂ ਆਪਸ ਵਿੱਚ ਕੈਂਡੀਡੇਟ ਖੜੇ ਕਰ ਦਈਏ ਪੰਜਾਬ ਦੀ, ਮੈਂ ਤੇ ਬੈਂਸ ਸਾਹਿਬ ਫੇਰ ਲੜਾਂਗੇ ਜਾਂ ਗਰੇਵਾਲ ਸਾਹਿਬ ਲੜਨਗੇ, ਫਿਰ ਉਹਦੇ ਨਾਲ ਉਹਨਾਂ ਨੂੰ ਕੀ ਹੋਊਗਾ? ਸੀਰੀਅਸਲੀ ਸੋਚੋ ਤਾਂ ਸਹੀ ਨਾ। ਮੈਂ ਵੀ ਇਹ ਗੱਲ ਸੋਚ ਰਿਹਾ ਸੀ ਵੀ ਅਸਤੀਫਾ ਦੇਣ ਦੀ ਜਿਹੜੀ ਗੱਲ ਆ, ਇਹਦੇ ਨਾਲ ਕੀ ਲਾਭ ਕੀ ਹੋਊਗਾ? ਅਸੀਂ ਰਿਜ਼ਾਈਨ ਕਰ ਦਾਂਗੇ, ਹੋ ਗਏ ਰਿਜ਼ਾਈਨ। ਉਹ ਕਹਿਣਗੇ ਜੀ, ਤੇ ਉਹ ਕੀ ਸਮਝਦੇ 13 ਐਮਪੀਆਂ ਨੂੰ? ਉਹ ਕਹਿਣਗੇ ਇਲੈਕਸ਼ਨ ਰੱਖ ਦਿਓ ਦੁਬਾਰਾ ਤੇ ਅਸੀਂ ਫੇਰ ਖੜੇ ਹੋ ਜਾਾਂਗੇ ਇਲੈਕਸ਼ਨਾਂ 'ਚ, ਫੇਰ ਲੋਕਾਂ ਨੂੰ ਕਹਾਂਗੇ ਵੋਟਾਂ ਪਾ ਦਿਓ ਸਾਨੂੰ, ਤੇ ਫੇਰ ਐਮਪੀ ਬਣ ਜੂ, ਫੇਰ ਕਹਾਂਗੇ ਫੇਰ ਅਸਤੀਫਾ ਦੇ ਦਿਓ। ਇਹਦਾ ਤਾਂ ਕੋਈ ਮਤਲਬ ਲਾਭ ਹੀ ਨਹੀਂਗਾ। ਗੱਲ ਇਹ ਆ ਵੀ ਲੜਾਈ ਕਿਵੇਂ? ਹੁਣ ਅਸੀਂ ਤਾਂ ਪਾਰਲੀਮੈਂਟ 'ਚ ਜੇ ਸੀਗੇ ਤਾਂ ਹੀ ਬੋਲ ਸਕੇ। ਜੇ ਅਸੀਂ ਪਾਰਲੀਮੈਂਟ 'ਚ ਹੀ ਨਾ ਮੈਂ ਹੁੰਦਾ ਤੇ ਫਿਰ ਬੋਲਣਾ ਕਿਹਨੇ ਸੀ? ਰੌਲਾ ਕਿਹਨੇ ਪਾਉਣਾ ਸੀਗਾ ਪਾਰਲੀਮੈਂਟ 'ਚ? ਉਹ ਤਾਂ ਇਤਿਹਾਸ ਬਣ ਗਿਆ ਨਾ। ਉਹ ਤਾਂ ਅਸਤੀਫਾ ਜਿਹੜਾ ਬਾਦਲਾਂ ਦਾ ਦੇਣਾ ਪਿਆ, ਮੇਰੇ ਭਾਸ਼ਣ ਤੋਂ ਬਾਅਦ ਹੀ ਦੇਣਾ ਪਿਆ ਨਾ ਅਸਤੀਫਾ, ਜਦੋਂ ਮੈਂ ਕਿਹਾ ਵੀ ਦੋ ਅਸਤੀਫਾ। ਸੁਖਬੀਰ ਬਾਦਲ ਕਹਿੰਦੇ ਨੇ ਕਿ ਬੈਂਸ ਸਾਹਿਬ ਨੂੰ ਵਿਰੋਧ, ਇੱਕ ਮਿੰਟ, ਬੈਂਸ ਸਾਹਿਬ ਨੂੰ ਕੋ ਤੁਸੀਂ ਐਮਐਲਏ ਤੋਂ ਅਸਤੀਫਾ ਦੇ ਦਿਓ ਅਸਤੀਫਾ, ਫਿਰ ਕੀ ਹੋਊਗਾ ਉਹਦੇ ਨਾਲ? ਨਾਗਰਾ ਸਾਹਿਬ ਨੇ ਕਿਹਾ ਕਿਸੇ ਤੇ ਅਸਰ, ਤੁਸੀਂ ਅਸਤੀਫਾ ਦੇ ਦਿਓ, ਫਿਰ ਇਲੈਕਸ਼ਨਾਂ ਹੋ ਜਾਣਗੀਆਂ ਇੱਥੇ, ਜਾਂ ਤੁਸੀਂ ਜਿੱਤ ਜਾਓਗੇ ਜਾਂ ਕੋਈ ਹੋਰ ਸਾਡੀ ਪਾਰਟੀ ਦਾ ਕੋਈ ਪੰਜਾਬੀ ਜਿੱਤ ਜਾਊਗਾ, ਫਿਰ ਕੀ ਫਰਕ ਪਊਗਾ ਜੀ? ਮੈਨੂੰ ਇੱਕ ਗੱਲ, ਮੈਂ ਤਰਕ ਦੇ ਆਧਾਰ ਤੇ ਗੱਲ ਕਰਨ, ਮੈਂ ਉਹਨਾਂ ਨੂੰ ਜਵਾਬ ਵੀ ਦੇ ਦੂੰਗਾ ਵੀ ਹਾਂ ਅਸਤੀਫਾ ਦੇ ਦਵਾਂ, ਦੇਤਾ ਮੰਨ ਕੇ ਦੇਤਾ, ਫਿਰ ਕੀ ਹੋਊ? ਜਾਂ ਤਾਂ ਐਂ ਹੋਵੇ ਨਾ ਵੀ ਆਪਾਂ ਮੋਦੀ ਦਾ ਅਸਤੀਫਾ ਲੈ ਰਹੇ ਹਾਂ, ਵੀ ਤੂੰ ਮੋਦੀ ਦੇ ਅਸਤੀਫਾ, ਜੇ ਤੂੰ ਇਹ ਬਿੱਲ ਪਾਸ ਕੀਤਾ, ਜਾਂ ਉਹਦੇ ਤੋਮਰ ਤੋਂ ਅਸਤੀਫਾ ਲਈਏ ਤਾਂ ਗੱਲ ਮੰਨੀਏ। ਚਲੋ ਬੀਬੀ ਹਰਸਿਮਰਤ ਕੌਰ ਵੀ ਅਸਤੀਫਾ ਦੇ ਦਿੰਦੇ ਆ, ਸੁਖਬੀਰ ਸਿੰਘ ਬਾਦਲ ਵੀ ਅਸਤੀਫਾ ਦੇ ਦਿੰਦਾ, ਫਿਰ ਕੀ ਹੋਊਗਾ? ਫਿਰ ਵੀ ਆਪਾਂ ਆਪਸ ਵਿੱਚ ਹੀ ਲੜਾਂਗੇ, ਪੰਜਾਬੀ ਉਹ ਲੜ ਸਕਦਾ ਨਾ, ਤੇ ਫਿਰ ਆਪਾਂ ਆਪਸ ਵਿੱਚ ਮੈਂ ਤਾਂ ਇਹੀ ਗੱਲ ਨੂੰ ਤਾਂ ਮੁਕਾਉਣਾ ਚਾਹੁੰਦਾ ਵੀ ਖਤਮ, ਇਕੱਠੇ ਹੋ ਕੇ ਮਰੋ। ਜਿੰਨਾ ਚਿਰ ਨਹੀਂ ਮਰੋਗੇ ਇਕੱਠੇ ਹੋ ਕੇ, ਉਹਨਾਂ ਚਿਰ ਤੁਹਾਡੀ ਗੱਲ ਨਹੀਂ ਸੁਣੀ ਜਾਣੀ। ਬਾਕੀ ਗੱਲਾਂ ਸਾਰੀਆਂ ਭੁੱਲ ਜਾਓ, ਛੱਡ ਦਿਓ ਇਸ ਗੱਲ ਤੇ। ਇੱਕ ਐਸਾ ਇਸ਼ੂ ਆ, ਉਹ ਤਾਂ ਤਮਾਸ਼ਾ ਦੇਖ ਰਿਹਾ ਵੀ ਇਹ ਪਾਟੇ ਹੋਏ ਨੇ, ਵਧੀਆ ਇਹ ਨਾ ਇਕੱਠੇ ਹੋਣੇ ਆ, ਨਾ ਮਤਲਬ ਜਿਵੇਂ ਕਹਿੰਦੇ ਨੌਮਲ ਤੇਲ ਹੋਊ, ਨਾ ਗੱਲ ਬਣੂਗੀ। ਇਸ ਕਰਕੇ ਉਹ ਕਰਨਾ ਪੈਣਾ ਆਪਾਂ ਨੂੰ, ਤੇਲ ਇਕੱਠਾ ਕਰਨਾ ਪੈਣਾ ਉਹਨਾਂ ਦਾ ਤੇਲ ਕੱਢਣ ਲਈ। ਤੁਸੀਂ ਇਕੱਠੇ ਹੋਣ ਦੀ ਗੱਲ ਕਰ ਰਹੇ ਹੋ। ਕੱਲ ਸੁਖਬੀਰ ਬਾਦਲ ਲੁਧਿਆਣੇ ਆਏ ਸੀ, ਉਹਨਾਂ ਨੇ ਕਿਹਾ
ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੀ ਗੱਲ ਚੱਲ ਰਹੀ ਆ। ਕੈਪਟਨ ਅਮਰਿੰਦਰ ਸਿੰਘ ਆਪਣੇ ਘਰੋਂ ਤਾਂ ਬਾਹਰ ਨਿਕਲਣ, ਅਗਵਾਈ ਤਾਂ ਹੀ ਬਾਅਦ ਚੋਂ ਕਰੂੰਗੇ। ਮੈਂ ਤਾਂ ਆਪੇ ਗੱਲ ਕਹਿਣਾ ਹੈ, ਮੈਂ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਹੈਗੀ ਆ ਵੀ ਕੈਪਟਨ ਅਮਰਿੰਦਰ ਸਿੰਘ ਜੀ ਕੱਲ ਜਾ ਰਹੇ ਨੇ ਵੀ ਬੰਨਣ ਕੇਸਰੀ ਪੱਗ ਤੇ ਹੁਣ ਇਹ ਨਹੀਂ ਮਖੌਲ, ਇਹ ਸੀਰੀਅਸ ਗੱਲ ਕਰਨੀ ਚਾਹੀਦੀ ਹੈ। ਕੈਪਟਨ ਅਮਰਿੰਦਰ ਸਿੰਘ ਇੱਕ ਨਾਂ ਆ, ਇੱਕ ਉਹਦੀ ਨਾਂ ਕੈਪਟਨ ਸਾਹਿਬ ਦਾ ਹੈਸੀਅਤ ਹੈ ਇੱਕ। ਜੇ ਉਹ ਬੋਲਦਾ ਨਾ ਤਾਂ ਦੇਸ਼ ਹਿਲਦਾ ਏ, ਬਾਹਰ ਦੁਨੀਆ ਇੰਟਰਨੈਸ਼ਨਲ ਉਸ ਬ੍ਰਾਂਡ ਦੀ ਗੱਲ ਸੁਣੀ ਜਾਂਦੀ ਆ। ਹੁਣ ਇਸ ਉਮਰ 'ਚ 78 ਸਾਲ ਦੀ ਉਮਰ 'ਚ ਕੈਪਟਨ ਅਮਰਿੰਦਰ ਸਿੰਘ ਜੀ ਨੇ ਘਸੁੰਨਤਾ ਮਾਰਨੇ ਨਹੀਂ ਕਿਸੇ ਦੇ, ਕੋਈ ਗਸਤਾਨੇ ਪਾ ਕੇ ਕੁੱਟਣ ਤਾਂ ਲੱਗਣਾ ਨਹੀਂ ਕਿਸੇ ਨੂੰ। ਉਹਨਾਂ ਦੀ ਤਾਂ ਆਵਾਜ਼ ਦੀ ਗੱਲ, ਲੜਨਾ ਤਾਂ ਅਸੀਂ ਅੱਗੇ। ਉਹ ਪ੍ਰੋਗਰਾਮ ਦੇਣ ਵੀ ਚਲੋ ਭਾਈ ਦਿੱਲੀ ਨੂੰ ਕੂਚ ਕਰੋ, ਸਭ ਬੈਠੋ, ਮੈਂ ਉੱਥੇ ਪਹੁੰਚਦਾ ਤੇ ਨਾਲ ਹੁੱਡਾ ਸਾਹਿਬ ਨਾਲ ਗੱਲ ਕਰਨ, ਨਾਲ ਆਪਣੇ ਰਾਜਸਥਾਨ ਦੇ ਸੀਐਮ ਨਾਲ ਗੱਲ ਕਰਨ, ਤਿੰਨਾਂ ਨਾਲ ਗੱਲ ਕਰਕੇ ਗੱਲ ਮੁੱਕ ਜਾਣੀ ਆ। ਇੱਧਰੋਂ ਹਰਿਆਣਾ ਵੜ ਗਿਆ, ਪੰਜਾਬ ਵੜ ਗਿਆ, ਉੱਧਰੋਂ ਰਾਜਸਥਾਨ ਵੜ ਗਿਆ, ਇਹ ਕੀ ਕਰਨਗੇ? ਚੋਕ ਕਰ ਦਾਂਗੇ ਸਾਰੀ ਦਿੱਲੀ ਨੂੰ। ਆ ਜਿਵੇਂ ਧੂਏ ਨਾਲ ਬੰਦ ਹੋ ਜਾਂਦਾ ਨਾ ਸਾਰਾ, ਸਾਹ ਲੈਣਾ ਔਖਾ ਹੋ ਜਾਂਦਾ, ਉਹ ਵੀ ਦਿਨ ਨੇੜੇ ਨੇ। ਹੁਣ ਕਿਸਾਨਾਂ ਨੂੰ ਕਿਹੜੇ ਮੂੰਹ ਨਾਲ ਕਹਿ ਲਓਗੇ ਵੀ ਦਿੱਲੀ ਵਾਲਿਆਂ ਖਾਤਰ ਧੂਆਂ ਨਾ ਕਰੋ? ਮੈਂ ਮੰਨਦਾ ਇਹ ਮੈਨੂੰ ਕਹਿਣੀ ਨਹੀਂ ਚਾਹੀਦੀ ਕਿਉਂਕਿ ਇਹ ਲੋਕਾਂ ਦੀ ਸਿਹਤ ਦਾ ਮਾਮਲਾ ਏ। ਹੁਣ ਰੁਕ ਜੂ ਕੋਈ, ਅਗਲਾ ਕਹਿੰਦਾ ਜੀ ਧੂਆਂ ਕਰੋ, ਦਿੱਲੀ ਵਾਲਿਆਂ ਦੇ ਨੱਕ 'ਚ ਦਮ ਦਿਓ। ਚਾਹੇ ਸਾਡਾ ਤਾਂ ਜਿਹੜਾ ਉੱਜੜਦਾ ਸਾਰਾ ਕੁਝ ਉਜੜੀ ਜਾਣਾ, ਤੇ ਇਹਨਾਂ ਨੂੰ ਵੀ ਕਿਉਂ ਛੱਡੀਏ? ਖੰਗੀ ਜਾਇਓ ਫਿਰ ਉੱਥੇ ਬਹਿ ਕੇ। ਇਸ ਕਰਕੇ ਜਿਹੜਾ ਕੇਜਰੀਵਾਲ ਸਾਹਿਬ, ਤੁਸੀਂ ਵੀ ਆਪਣਾ ਖੋਲ੍ਹ ਲਓ, ਜਿਹੜਾ ਰਮਾਲ ਜਿਹਾ ਮੂੰਹ 'ਤੇ ਲੈਣਾ ਪੈਂਦਾ ਏ, ਉਹ ਤੁਹਾਨੂੰ ਹੋਰ ਲੈਣਾ ਪਊਗਾ ਦਿਨਾਂ 'ਚ ਜਿੱਦਣ ਉਰੇ ਅੱਗਾਂ ਲੱਗ ਗਈਆਂ। ਤੇ ਇਸ ਕਰਕੇ ਤਿੰਨੋਂ ਸਟੇਟਾਂ ਨੂੰ ਪਹਿਲ ਕਰਨ ਕੈਪਟਨ ਅਮਰਿੰਦਰ ਸਿੰਘ ਜੀ। ਮੈਂ ਕੋਈ ਸਲਾਹ ਦੇਣ ਵਾਲਾ ਨਹੀਂ, ਮੈਂ ਤਾਂ ਬੱਚਾ ਉਹਨਾਂ ਦਾ, ਪਰ ਇਹ ਫੈਸਲਾ ਕਰਨ। ਉੱਧਰੋਂ ਹੁੱਡਾ ਸਾਹਿਬ, ਉੱਧਰੋਂ ਸਾਡੇ ਗਲੋਟ ਸਾਹਿਬ, ਇੱਧਰੋਂ ਕੈਪਟਨ ਅਮਰਿੰਦਰ ਸਿੰਘ, ਕਰ ਦੇਣ ਬੰਦ ਸਾਰਾ ਦਿੱਲੀ। ਨਾ ਭੱਜੇ ਫਿਰਨਗੇ ਵਿੱਚ ਹੀ ਮੋਦੀ ਸਾਹਿਬ ਤੇ ਵਿੱਚ ਹੀ ਇਹਨਾਂ ਦੇ ਕ੍ਰਿਸ਼ੀ ਮੰਤਰੀ ਅਨੁਰਾਗ ਠਾਕੁਰ ਵਰਗੇ, ਤਾਂ ਚਲੋ ਵਿਚਾਰੇ ਇਹਨਾਂ ਨੂੰ ਤਾਂ ਪਤਾ ਹੀ ਨਹੀਂਗਾ। ਇਹ ਕਹੀ ਜਾਂਦੇ ਵੀ 4000 ਕਰੋੜ ਕਿਸਾਨਾਂ ਤੋਂ ਲੈਂਦੇ ਆ, ਜਿਹੜਾ ਟੈਕਸ ਪੰਜਾਬ ਸਰਕਾਰ ਤਾਂ ਭੱਜਦੀ ਆ ਵੀ ਉਹਨਾਂ ਕੋਲ 4000 ਕਰੋੜ ਨਹੀਂਗਾ, ਜਿਹੜਾ ਆਉਣਾ ਨਹੀਂਗਾ, ਤੇ ਸੜਕਾਂ ਕਿੱਥੋਂ ਬਣਾਉਣਗੇ, ਮੰਡੀਆਂ ਕਿੱਥੋਂ? ਉਹ ਗੁਰੂਦੇਵ ਜਿਹੜਾ 4000 ਕਰੋੜ ਰੁਪਈਆ ਉਹ FCI ਦਿੰਦੀ ਆ। FCI ਕਿਸਾਨ ਨਹੀਂ ਦਿੰਦੇ। ਕਿਸਾਨ ਤਾਂ ਸਿਰਫ ਇੱਕ ਆਪਣੇ ਟਰੈਕਟਰ ਟਰਾਲੀ ਤੇ ਫਸਲ ਮੰਡੀ 'ਚ ਲੈ ਆਉਂਦੇ ਆ, ਉਦੋਂ ਬਾਅਦ ਉਹਨੂੰ ਸਾਫ਼ ਕਰਨਾ, ਉਹਦੀ ਜਿਹੜੀ ਟਰਾਂਸਪੋਰਟ ਆ, ਸਭ ਕੁਛ ਆ, ਆੜ੍ਹਤੀਆਂ ਨੂੰ ਪੈਸਾ ਉਹ FCI ਦਿੰਦੀ ਆ। 1 ਰੁਪਈਆ ਵੀ ਕਿਸਾਨ ਨਹੀਂ ਦਿੰਦਾ। ਤੇ ਅਸੀਂ ਤਾਂ ਕਹਿ ਥੱਕ ਗਏ ਯਾਰ, ਕਹਿ ਥੱਕ ਗਏ, ਇਹਨਾਂ ਨੂੰ ਸਮਝ ਨਹੀਂ ਆਉਂਦੀ। ਤੁਸੀਂ ਆਪਣੇ ਹਿਮਾਚਲ 'ਚ ਲਾਗੂ ਕਰਾ ਲਓ, ਤੁਸੀਂ ਆਪਣੇ ਜੰਮੂ ਕਸ਼ਮੀਰ 'ਚ ਲਾਗੂ ਕਰਾ ਲਓ, ਤੁਹਾਡੀਆਂ ਸਰਕਾਰਾਂ ਦੇ ਉੱਤੇ ਲਾਗੂ ਕਰਕੇ ਦੇਖ ਲਓ। ਤੁਸੀਂ ਕਹਿ ਦਿਓ ਵੀ ਆਹ ਸਾਨੂੰ ਫਾਇਦਾ ਹੋ ਗਿਆ, ਅਡਾਨੀ ਬਾਨੀ ਨੇ ਕਰਤਾ, ਤੇ ਅਸੀਂ ਕਹਾਂਗੇ ਸਾਡੇ ਕਰ ਲਓ। ਕਿਉਂ ਇੰਨੀਆਂ ਗੱਲ ਆ ਨਾ? ਕਿਉਂ ਯਾਰ? ਭੁੱਖ ਜਦੋਂ ਉਧਰ ਕਰੋਨਾ ਆਇਆ ਹੋਇਆ, ਲੋਕੀ ਜੇ ਭੁੱਖੇ ਮਰ ਜਾਂਦੇ ਜੇ ਪੰਜਾਬ। ਤੁਸੀਂ ਆਹ ਲੁਧਿਆਣੇ ਦੀ ਗੱਲ ਕਰ ਲਓ, 10 ਲੱਖ ਬੰਦੇ ਨੂੰ ਕਿਹਨੇ ਦਿੱਤਾ ਅਨਾਜ? ਪੰਜਾਬ ਸਰਕਾਰ ਨੇ ਦਿੱਤਾ ਕਿ ਨਹੀਂ ਦਿੱਤਾ? ਜੇ ਇਹ ਗੋਦਾਮ ਖਾਲੀ ਹੋਣਗੇ ਤੇ ਫਿਰ ਕਿੱਥੋਂ ਦੇਵਾਂਗੇ ਆਪਾਂ? ਉਰੇ ਦੰਗੇ ਹੋ ਜਾਂਦੇ, ਕ੍ਰਾਈਸਿਸ ਆ ਜਾਂਦੇ। ਇਸ ਕਰਕੇ ਬਹੁਤ, ਮੈਂ ਤੁਹਾਨੂੰ ਕਈ ਗੱਲਾਂ ਲੱਗਣਗੀਆਂ ਕਿਉਂਕਿ ਇੰਨੇ ਭਾਵੁਕ ਹੋਏ ਅਸੀਂ ਕਰੀਏ ਕੀ ਹੁਣ? ਜੇ ਮਤਲਬ ਮੈਂ ਵੀ ਇੱਕ ਛੋਟਾ ਕਿਸਾਨ ਆ ਨਾਲ ਪਿੰਡ ਕੋਟਲੀ। ਅਸੀਂ ਜੇ ਸਾਡੇ ਕੋਲ ਸਾਡੀ ਜ਼ਮੀਨ ਨਾ ਹੋਵੇ, ਅਸੀਂ ਆਪਣੇ ਡੰਗਰ ਨੇ, ਮੇਰੇ ਕੋਲ, ਸਾਡੇ ਕੋਲ ਆਪਦੇ ਕੋਲ 100 ਮੱਝ ਆ, ਜਿਹੜਾ ਜੇ ਉਹਨੂੰ 10 ਕਿੱਲੇ ਤਾਂ ਪੱਠਿਆਂ ਨੂੰ ਲੱਗ ਜਾਂਦੇ ਆ। ਜੇ ਚਾਰਾ ਦੁੱਧ ਲੈਣ, ਦੁੱਧ ਦੀ ਤੁਹਾਨੂੰ ਪਤਾ ਕਿਵੇਂ ਤੰਗੀ ਆ ਜਾਂਦੀ ਆ। ਤੇ ਇਹ ਜੇ ਜ਼ਮੀਨਾਂ ਨਾ ਰਹੀਆਂ ਤੇ ਪੱਠੇ ਨਹੀਂ ਹੋਣਗੇ, ਕਿੱਥੋਂ ਦੁੱਧ ਹੋਊਗਾ? ਤਾਂ ਸਾਰਾ ਕੁਝ ਰੋਕ ਕੇ ਰੱਖ ਦੇਣਗੇ ਆਪਣਾ। ਰਵਨੀਤ ਬਿੱਟੂ ਦਾ ਹੁਣ ਅਗਲਾ ਲਾਈਨ ਆਫ ਐਕਸ਼ਨ ਕੀ ਰਹੇਗਾ? ਪਾਰਲੀਮੈਂਟ ਦੇ ਵਿੱਚ ਆਵਾਜ਼ ਬੁਲੰਦ ਕਰਨ ਤੋਂ ਬਾਅਦ, ਪਾਰਲੀਮੈਂਟ ਦਾ ਘਿਰਾਵ ਕਰਨ ਤੋਂ ਬਾਅਦ, ਹੁਣ ਪੰਜਾਬ ਦੇ ਵਿੱਚ ਰਵਨੀਤ ਬਿੱਟੂ ਦਾ ਲਾਈਨ ਆਫ ਐਕਸ਼ਨ ਕੀ ਰਹੇਗਾ ਖੇਤੀ ਸੁਧਾਰ ਬਿੱਲਾਂ ਦੇ ਵਿਰੋਧ ਦੇ ਵਿੱਚ? ਦੇਖੋ, ਇੱਕ ਗੱਲ ਆ, ਪਹਿਲੀ ਤਾਂ ਮੇਰੀ ਸਮਝੋ, ਉੱਥੋਂ ਹੀ ਮੈਨੂੰ ਪਾਰਟੀ ਨੇ ਮੌਕਾ ਦਿੱਤਾ। ਪਹਿਲਾ ਮੈਂ ਉੱਥੇ ਵਿਪ ਸੀ, ਮੈਂ ਬੋਲਿਆ, ਜਿਹੜੀ ਮੇਰੀ ਜ਼ਿੰਮੇਵਾਰੀ ਸੀ ਸਭ ਤੋਂ ਉੱਚੀ ਆਵਾਜ਼ 'ਚ ਬੋਲਿਆ, ਤੇ ਉਹ ਤੋਂ ਬਾਅਦ ਅਸਤੀਫਾ ਵੀ ਲਿਆ। ਉਦੋਂ ਬਾਅਦ ਜੋ ਡੰਡੇ ਪਏ ਐਮਪੀਆਂ ਦੇ, ਉਹ ਸਾਡੇ ਤੁਹਾਡੇ ਮੂਹਰੇ ਆ। ਹੁਣ ਜਿਹੜਾ ਲਾਈਨ ਆਫ ਐਕਸ਼ਨ ਆ, ਉਹ ਮੈਂ ਲੁਧਿਆਣੇ 'ਚ ਤਾਂ ਮੇਰਾ ਆਪਦੀ ਆ ਕੌਂਸਟੀਟੂਐਂਸੀ, ਮੈਂ ਸਾਰਾ ਬੰਦ ਕਰ ਦੂੰਗਾ। ਇਹ ਜਿਹੜਾ ਅਡਾਨੀ ਬਾਨੀ ਦੇ ਜਿਹੜੇ ਇਹ ਖੁੱਲ੍ਹਣ ਨਹੀਂ ਦਿੰਦੇ ਸਾਰੀਆਂ ਪਾਰਟੀਆਂ ਨੂੰ, ਮੈਂ ਤਾਂ ਕਹਿਣਾ ਵੀ ਲਾ ਦਿਓ, ਤਾਲੇ ਲਾ ਦਿਓ ਸਾਰੇ, ਜ਼ਰੂਰੀ ਨਹੀਂਗਾ ਮੈਂ ਹੀ ਲਾਉਣਾ, ਕਿਸੇ ਨੇ ਵੀ ਲਾ ਦਿਓ। ਤੇ ਉਦੋਂ ਬਾਅਦ ਅਗਲੀ ਲਾਈਨ ਆ ਜਿਹੜੀ ਇਕੱਠੇ ਹੋਣ ਦੀ, ਉਹ ਕੱਲਾ ਬਿੱਟੂ ਨਾ ਕੁਝ ਕਰ ਸਕਦਾ, ਨਾ ਕੋਈ ਹੋਰ ਕੱਲਾ ਕਰ ਸਕਦਾ। ਇਕੱਠੇ ਹੋ ਕੇ ਹੁਣ ਉਹ ਡਿਸੀਜਨ ਜਿਹੜਾ ਮੈਂ ਤੁਹਾਨੂੰ ਕਿਹਾ ਹੈ, ਉਹ ਪਾਰਟੀ ਪ੍ਰਧਾਨਾਂ ਨੂੰ ਲੈਣਾ ਪੈਣਾ। ਸਾਡੇ ਪ੍ਰਧਾਨ ਜਾਖੜ ਸਾਹਿਬ ਨੇ ਲੈਣ ਡਿਸੀਜਨ ਅੱਗੇ ਹੋ ਕੇ ਵੀ ਸਾਰੇ ਇਕੱਠੇ ਹੋ ਕੇ। ਜਾਖੜ ਸਾਹਿਬ ਦੀ ਕੋਈ ਗੱਲ ਨਹੀਂ ਮੋੜਦਾ, ਸਭ ਆ ਜਾਣਗੇ ਨਾਲ। ਭਗਵੰਤ ਮਾਨ ਨੇ ਪਹਿਲਾਂ ਕਹਿਤਾ, ਬੈਂਸ ਸਾਹਿਬ ਨੇ ਪਹਿਲਾਂ ਕਹਿਤਾ, ਤੇ ਹੋਰ ਕਾਮਰੇਡ ਪਾਰਟੀਆਂ ਨੇ ਕਹਿਤਾ। BSP ਜਿਹੜੀ ਆ ਉਹਦੇ ਲੋਕ ਸਾਡੇ ਨਾਲ ਨੇ। ਖੇਤ ਮਜ਼ਦੂਰ ਅੱਜ ਵਿਚਾਰੇ ਕੀ ਹਾਲਾਤ ਨੇ ਉਹਨਾਂ ਦੇ ਸਾਨੂੰ ਪਤਾ ਹੈ ਵੀ ਜੇ ਕਿਸਾਨ ਮਰ ਗਿਆ ਤਾਂ ਖੇਤ ਮਜ਼ਦੂਰ ਤਾਂ ਪਹਿਲਾਂ ਹੀ ਮਰਿਆ ਵਿਚਾਰਾ। ਤੇ ਇਸ ਕਰਕੇ ਉਹਨਾਂ ਨੂੰ ਫੈਸਲਾ ਲੈਣਾ ਪਊ। ਮੈਂ ਤਾਂ ਅਸੀਂ ਉਹਨਾਂ ਨੂੰ ਇਹ ਜ਼ੋਰ ਪਾ ਕੇ ਕਹਿ ਰਹੇ ਹਾਂ, ਫੈਸਲਾ ਲਓ। ਮੇਰੀ ਜਿਹੜੀ ਤੁਹਾਡੇ ਮੂਹਰੇ ਜਿਵੇਂ ਤੁਸੀਂ ਕਹਿੰਦੇ ਹੋ, ਮੈਂ ਆਪਣੀ ਪਾਰਟੀ ਨੂੰ ਵੀ ਕਹਿਣਾ,
ਖੁੱਲ੍ਹੇਆਮ ਕਹਿਣਾ, ਟੈਲੀਫੋਨ ਕਰਕੇ ਵੀ ਮੈਂ ਕਿਹਾ ਸੰਦੀਪ ਸੰਧੂ ਜਿਹੜੇ ਪੋਲੀਟੀਕਲ ਸੈਕਟਰੀ ਨੇ, ਜਨਰਲ ਸੈਕਟਰੀ ਇੰਚਾਰਜ ਨੇ, ਵੀ ਦਿੱਲੀ ਦਾ ਪ੍ਰੋਗਰਾਮ ਬਣਾਓ, ਜਿੰਨਾ ਚਿਰ ਦਿੱਲੀ ਨਹੀਂ ਬੰਦ ਕਰਾਂਗੇ। ਤੇ ਕੱਲ੍ਹ ਨੂੰ ਹਰੀਸ਼ ਰਾਵਤ ਜਿਹੜੇ ਸਾਡੇ ਇੰਚਾਰਜ ਬਣੇ ਨੇ, ਉਹ ਪਹਿਲੀ ਵਾਰੀ ਕੱਲ੍ਹ ਪੰਜਾਬ 'ਚ ਆ ਰਹੇ ਨੇ, ਤੇ ਸਾਰੇ MLA, ਸਾਰੇ ਜਿਹੜੇ MP ਨੇ, ਉਹ ਲਾਈਨ ਆਫ ਐਕਸ਼ਨ ਆ ਜਿਹੜਾ ਕੱਲ੍ਹ ਦਾ ਤਿਆਰ ਹੋਏਗਾ। ਪਰ ਮੇਰੀ ਇਹ ਸਲਾਹ, ਜਿਹੜੀ ਮੇਰੀ ਰਾਏ ਹੋਏਗੀ, ਮੈਂ ਉੱਥੇ ਤਾਂ ਨਹੀਂ ਪਹੁੰਚ ਸਕੂੰਗਾ ਕਿਉਂਕਿ ਮੇਰੇ ਤੁਹਾਡੇ ਮੂਰੇ ਫ੍ਰੈਕਚਰ ਹੋਇਆ, ਕਿਉਂਕਿ ਔਖਾ ਜਾਣਾ, ਪਰ ਮੇਰੀ ਜਿਹੜੀ ਉਹਨਾਂ ਨਾਲ ਗੱਲ ਹੋਈ ਆ ਉਹ ਇਹ ਆ ਵੀ ਦਿੱਲੀ ਚੱਲੋ, ਦਿੱਲੀ ਜਾ ਕੇ ਸਾਨੂੰ ਹੁਕਮ ਲਾਓ, ਮੈਨੂੰ ਡਿਊਟੀ ਲਾਓ ਵੀ ਤੂੰ ਭਾਈ ਪ੍ਰਧਾਨ ਮੰਤਰੀ ਦੇ ਗੇਟ ਦੇ ਮੂਹਰੇ ਬਹਿ ਜਾ ਕੇ, ਭੁੱਖਾ ਤਿਆ ਜਦ ਮਰਜੀ ਬਹਿ ਜਾ, ਮੈਂ ਬੈਠੂੰ, ਅਮਿਤ ਸ਼ਾਹ ਦੇ ਬਹਿ ਜਾ, ਜਿੱਥੇ ਮਰਜੀ ਪਹੁੰਚਣਾ ਮੈਂ ਉੱਥੇ ਬੈਠੂੰਗਾ। ਤੇ ਇਹੋ ਜਿਹੀਆਂ ਡਿਸੀਜ਼ਨ ਨੇ ਜਿਹੜੇ ਉਹ ਹਫ਼ਤੇ ਦੇ ਵਿੱਚ ਬਹੁਤ ਵੱਡੇ ਡਿਸੀਜ਼ਨ ਜਿਹੜੇ ਹੋਣਗੇ, ਜਿਹੜੀਆਂ ਕਈ ਗੱਲਾਂ ਹਜੇ ਮੈਂ ਤੁਹਾਡੇ ਸਾਹਮਣੇ ਆਉਣ ਵਾਲੇ ਦਿਨਾਂ 'ਚ ਕਰੂੰਗਾ, ਹਜੇ ਨਹੀਂ ਕਰ ਸਕਦਾ। ਪਰ ਜਿਹੜੀ ਗੱਲ ਇਹ ਆ, ਸੁਖਬੀਰ ਸਿੰਘ ਬਾਦਲ ਹੋਣਾ ਨੂੰ ਵੀ ਉਹ ਕਹਿ ਰਹੇ ਆ ਵੀ ਅਸੀਂ ਤਖਤ ਸਾਹਿਬ ਮੱਥੇ ਟੇਕਣਾ ਚਾਹੀਦਾ, ਮੱਥਾ ਤਖਤ ਸਾਹਿਬ ਤੋਂ ਬਗੈਰ ਤਾਕਤ ਨਹੀਂ ਆਉਂਦੀ, ਜਿੰਨਾ ਚਿਰ ਉੱਥੇ ਨਹੀਂ ਮੱਥਾ ਅਰਦਾਸ ਨਹੀਂ ਕਰਾਂਗੇ ਟੇਕਾਂਗੇ। ਪਰ ਜਿਹੜੇ ਮਜੀਠੀਆ ਸਾਹਿਬ, ਮੈਂ ਇਹ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਵੀ ਇਹਨਾਂ ਨੂੰ ਇਹ ਸਮਝਾਓ, ਮੈਂ ਬਾਰ-ਬਾਰ ਇਹ ਤੁਹਾਨੂੰ ਕਹਿਣਾ ਮਜੀਠੀਆ ਸਾਹਿਬ, ਤੁਸੀਂ, ਕਿਉਂਕਿ ਮੈਨੂੰ ਪਤਾ ਪਾਰਟੀ ਦੇ ਵਿੱਚ ਤੁਹਾਡੀ ਜ਼ਿਆਦਾ ਚੱਲਦੀ ਆ, ਇਹ ਤਾਂ ਚਾਬੀ ਆ ਜਿਹੜੀ ਇਹਨਾਂ ਦੇ ਭਰੋ, ਇਹਨਾਂ ਨੂੰ ਇਹ ਟਰੈਕਟਰ ਤੇ ਬਿਠਾ ਕੇ ਸੁਖਬੀਰ ਬਾਦਲ ਨੂੰ ਤੇ ਹਰਸਿਮਰਤ ਕੌਰ ਨੂੰ ਚਾਬੀ ਭਰ ਕੇ ਦਿੱਲੀ ਵੱਲ ਨੂੰ ਛੱਡੋ, ਚੰਡੀਗੜ੍ਹ ਨੂੰ ਨਹੀਂ, ਦਿੱਲੀ ਵੱਲ ਨੂੰ ਛੱਡੋ। ਇੱਕ ਮੇਰਾ ਲਾਸਟ ਕੁਐਸਚਨ ਹੈ, ਨਵਜੋਤ ਸਿੰਘ ਸਿੱਧੂ ਦੇ ਹੁਣ ਦੁਆਰਾ ਧਰਨੇ ਪ੍ਰਦਰਸ਼ਨਾਂ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰ ਰਹੇ ਨੇ। ਪਿਛਲੇ ਦਿਨਾਂ 'ਚ ਨਵਜੋਤ ਕੌਰ ਸਿੱਧੂ ਵੱਲੋਂ ਇੱਕ ਟਵੀਟ ਕੀਤਾ ਗਿਆ ਸੀ ਕਿ ਜੇ NDA ਦੇ ਵਿੱਚੋਂ BJP ਅਕਾਲੀ ਦਲ ਅਲੱਗ ਹੁੰਦਾ ਤੇ BJP ਵੱਲ ਸਿੱਧੂ ਜੋੜਾ ਜਾ ਸਕਦਾ ਵਾ, ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ? ਹੁਣ ਕਿਸਾਨਾਂ ਦੇ ਡੈਥ ਵਾਰੰਟ ਆ ਕੇ ਨਵਜੋਤ ਸਿੱਧੂ BJP ਜਾਊਗਾ? ਤੁਸੀਂ ਆਪ ਸੋਚੋ ਵੀ ਜੋ ਉਹਨਾਂ ਨੇ ਕਿਸਾਨਾਂ ਨਾਲ ਕਰਤਾ BJP ਨੇ, ਨਵਜੋਤ ਸਿੱਧੂ ਤਾਂ ਨਵਜੋਤ ਕੌਰ ਜੇ ਜਾਣਗੇ ਫਿਰ ਤਾਂ ਭਾਈ ਠੀਕ, ਖੁਦਕੁਸ਼ੀ ਕਰਨੀ ਆ ਤਾਂ ਉਹਨਾਂ ਨੇ ਉਹ BJP ਜਾ ਕੇ ਕਰ ਲੈਣ, ਪਰ ਬਿਲਕੁਲ ਨਹੀਂ ਜਾਂਦੇ ਉਹ BJP 'ਚ। ਆਹ ਹਾਲਾਤ ਜਿਹੜੇ ਨੇ, ਇਹ ਤਾਂ ਮਤਲਬ ਅੱਜ ਕਿਤੇ ਮੈਂ ਸੁਣਿਆ ਸੀ ਨਵਜੋਤ ਸਿੱਧੂ, ਪ੍ਰਗਟ ਸਿੰਘ ਹੋਣੀ ਰੋਜ਼ ਉਹਨਾਂ ਨੂੰ ਕਹਿੰਦੇ ਨਿਕਲੋ, ਪਰ ਇਹ ਲੜਾਈ ਆ ਨਾ ਜਿਹੜੀ, ਇਹ ਲੁਕਣ ਵਿੱਚ ਹੀ ਨਹੀਂ ਖੇਡ ਹੋਣੀ, ਇਹ ਤਾਂ ਨਿਕਲਣਾ ਪੈਣਾ। ਨਵਜੋਤ ਸਿੱਧੂ ਬਾਰੇ ਮੈਂ ਤਾਂ ਦੇਖੋ ਅੱਗੇ ਕਈ ਵਾਰ ਬਿਆਨ, ਮੈਂ ਕੁਝ ਕਹਿਣਾ ਨਹੀਂ ਚਾਹੁੰਦਾ, ਉਹ ਜਾਤੀ ਇਸ ਵੇਲੇ ਉਹਨਾਂ ਦੇ ਬਾਰੇ, ਜੇ ਕੋਈ ਪਾਰਟੀ ਦੀ ਗੱਲ ਹੋਵੇ ਤਾਂ ਮੈਂ ਕਹਾਂ, ਪਰ ਮੈਂ ਇੰਨਾ ਤੁਹਾਨੂੰ ਦੱਸ ਦਿੰਦਾ ਵੀ ਜਿਹੜੀ ਤੁਸੀਂ ਗੱਲ ਮੈਨੂੰ ਪੁੱਛੀ ਆ ਵੀ ਉਹ 100% ਆ ਜਿਹੜਾ ਉਹ BJP 'ਚ ਇਸ ਵੇਲੇ ਜਾਣ ਦੀ ਸਥਿਤੀ 'ਚ ਨਹੀਂ ਰਹੇ, ਚਾਹੇ ਅਕਾਲੀ ਦਲ ਵੀ NDA ਤੋਂ ਅਲੱਗ ਹੋ ਗਿਆ, ਕਿਉਂਕਿ ਡੈਥ ਵਾਰੰਟ ਨੇ ਜਿਹੜੇ ਕਿਸਾਨ ਦੇ ਉਹ BJP ਨੇ ਲਿਖਤੇ ਆ, ਤੇ ਉਹ ਡੈਥ ਵਾਰੰਟ ਜਦੋਂ ਲਿਖਣ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਵੀ ਨਵਜੋਤ ਸਿੱਧੂ ਹੁਣੀ ਇਹ ਫੈਸਲਾ ਆਪਣਾ ਕਰਨਗੇ। ਮੈਂ ਇਹ 100% ਤੁਸੀਂ ਵੀ ਆਪ ਅੰਦਾਜ਼ਾ ਲਾਓ ਕਿ ਕਿੱਥੋਂ ਕਰ ਸਕਦੇ ਆ ਹੁਣ। ਤੇ ਉਹ ਵੀ ਇੱਕ ਲੀਡਰ ਨੇ, ਪਰ ਪਤਾ ਨਹੀਂ ਉਹਨਾਂ ਦਾ ਕੀ ਮਾਨਾ, ਮੈਨੂੰ ਉਹਨਾਂ ਦੀ ਇੰਨੀ ਸਮਝ ਨਹੀਂ। ਪਰ ਪ੍ਰਗਟ ਸਿੰਘ ਹੁਣੀ ਬਾਹਰ ਬੋਲਦੇ ਹੁੰਦੇ ਆ, ਉਹ ਉਹਨਾਂ ਨੂੰ ਚਾਹੁੰਦੇ ਹੁੰਦੇ ਆ ਵੀ ਬਾਹਰ ਕੱਢਣ, ਬਾਹਰ ਨਿਕਲਣ, ਪਰ ਹਜੇ ਤੱਕ ਜਿਹੜੀਆਂ ਗੱਲਾਂ ਨੇ ਉਹ ਫੈਸਲਾ ਨਹੀਂ ਕਰ ਪਾ ਰਹੇ। ਬਈ ਮੈਂ ਇੱਕ ਗੱਲ ਦਿਮਾਗ 'ਚ, ਹਰ ਚੀਜ਼ ਮੁੱਖ ਮੰਤਰੀ ਦੀ ਨਹੀਂ ਹੁੰਦੀ, ਲੀਡਰ ਹੀ ਹੁੰਦਾ, ਕੁਰਸੀਆਂ ਦੇ ਨਾਲ ਲੀਡਰ ਨਹੀਂ ਬਣਦਾ ਕਦੇ। ਤੇ ਇਸ ਕਰਕੇ ਇਹ ਗੱਲ ਉਹਨਾਂ ਨੂੰ ਵੀ ਤਿਆਗ ਦੇਣੀ ਚਾਹੀਦੀ ਹੈ। ਮੈਂ ਹੁੰਦਾ ਕੋਈ ਨਹੀਂ ਸਲਾਹ ਦੇਣ ਵਾਲਾ, ਪਰ ਇਕੱਲੀ ਗੱਲ ਮੁੱਖ ਮੰਤਰੀ ਬਣ ਕੇ ਜਾਂ ਕਰਨੀ, ਜਾਂ ਮੁੱਖ ਮੰਤਰੀ ਦੀ ਸੋਚੀ ਜਾਣਾ ਹਮੇਸ਼ਾ ਵੀ ਮੈਂ ਤਾਂ ਹੀ ਕੁਝ ਕਰ ਸਕੂੰ, ਉਹ ਤਾਂ ਪ੍ਰਮਾਤਮਾ ਨੇ ਜਿਹਨੂੰ ਦੇਣਾ ਦੇ ਦੇਣਾ ਹੈ, ਉਹਨੇ ਲਿਖਿਆ ਹੈ, ਰੋਕ ਨਹੀਂ ਸਕਦਾ। ਪਰ ਇਹ ਗੱਲ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜੀ ਜ਼ਿਹਨ 'ਚ ਮੁੱਖ ਮੰਤਰੀ ਵਾਲੀ ਆ, ਉਹ ਕਿਤੇ ਪਿੱਛੇ ਉਹਨਾਂ ਦੀ ਜਿਹੜੀ ਮਤਲਬ ਉਹਨਾਂ ਨੂੰ ਅੱਗੇ ਆਉਣ 'ਚ ਨਾ, ਇਹ ਮੁੱਖ ਮੰਤਰੀ ਵਾਲੀ ਜਿਹੜੀ ਉਹ ਇਹੀ ਲੱਭਦੇ ਰਹਿੰਦੇ ਆ ਵੀ ਕਿਹੜੀ ਪਾਰਟੀ ਜਾ ਕੇ ਜਾਂ ਕਿੱਥੇ ਜਾ ਕੇ ਮੇਰਾ ਫਾਇਦਾ ਹੋਊ, ਜਿੱਥੇ ਮੈਂ ਉਹ ਮੁੱਖ ਮੰਤਰੀ ਦੀ ਕੁਰਸੀ 'ਤੇ ਪਹੁੰਚ ਜਾ। ਉਹ ਇੱਕ ਵਾਰ ਮੁੱਖ ਮੰਤਰੀ ਵਾਲੀ ਕੁਰਸੀ ਦਾ ਖੁਆਬ ਜਿਹੜਾ ਪਰੇ ਹੋ ਕੇ ਦੇਖਣ, ਤੇ ਫਿਰ ਜਿਹੜੀ ਮੈਂ ਸਮਝਦਾ ਉਹਨਾਂ ਦੀ ਸਿਆਸਤ ਵੀ ਨਿਖਰੇਗੀ, ਤੇ ਲੋਕਾਂ ਦਾ ਫਾਇਦਾ ਵੀ, ਜਿਹੜਾ ਲੋਕਾਂ ਨੇ ਉਹਨਾਂ ਨੂੰ ਇੱਥੇ ਤੱਕ ਪਹੁੰਚਾਇਆ, ਲੋਕਾਂ ਦਾ ਪਿਆਰ ਨਾਲ ਪਹੁੰਚੇ ਆ ਨਾ, ਚਾਹੇ ਉਹ ਕ੍ਰਿਕਟਰ ਸੀ, ਚਾਹੇ ਕਮੈਂਟਰੇਟਰ ਸੀ, ਚਾਹੇ ਪੋਲੀਟਿਕਸ ਸੀਗੇ, ਉਹਨਾਂ ਨੇ ਵੀ ਅਸਤੀਫੇ ਦਿੱਤੇ, ਦੁਬਾਰਾ ਲੋਕਾਂ ਨੇ ਉਹਨਾਂ ਨੂੰ ਬਣਾਤਾ। ਪਰ ਉਹਨਾਂ ਨੂੰ ਆ ਮੁੱਖ ਮੰਤਰੀ ਵਾਲੀ ਜਿਹੜੀ ਗੱਲ ਆ ਉਹ ਛੱਡ ਕੇ ਲੋਕਾਂ ਦੀ ਸੇਵਾ 'ਚ ਅਰਪਣ ਹੋਣਾ ਚਾਹੀਦਾ। ਸਭ ਕੁਛ ਉਹਨਾਂ ਕੋਲ, ਕੋਈ ਕਮੀ ਨਹੀਂ ਗੀ ਜੀ। ਬਿਲਕੁਲ ਐਸੇ ਕਿ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ, ਜਿਨ੍ਹਾਂ ਨੇ ਸਾਫ਼ ਕਿਹਾ ਕਿ ਖੇਤੀ ਸੁਧਾਰ ਬਿੱਲਾਂ ਦੇ ਵਿਰੋਧ ਦੇ ਵਿੱਚ ਇਕਜੁੱਟ ਹੋ ਕੇ ਦਿੱਲੀ ਵੱਲ ਨੂੰ ਕੂਚ ਕਰਨਾ ਪਊਗਾ, ਤੇ ਜੇ ਦਿੱਲੀ ਕੂਚ ਨਹੀਂ ਹੁੰਦਾ ਤੇ ਪੰਜਾਬ, ਹਰਿਆਣਾ ਅਤੇ ਰਾਜਸਥਾਨ
ਮਿਲ ਕੇ ਦਿੱਲੀ ਦੀ ਘੇਰਾਬੰਦੀ ਕਰਕੇ ਬਾਰਡਰ ਸੀਲ ਕਰ ਦੇਣ। ਉਧਰੋਂ ਨਾ ਕੋਈ ਇੱਧਰ ਆਵੇਗਾ ਤੇ ਨਾ ਇੱਧਰੋਂ ਕੋਈ ਉੱਧਰ ਜਾਵੇਗਾ। ਤੇ ਦੂਜੇ ਪਾਸੇ ਉਹਨਾਂ ਨੇ ਵਿਕਰਮ ਮਜੀਠੀਆ ਨੂੰ ਵੱਡੀ ਨਸੀਹਤ ਦਿੰਦੇ ਹੋਏ ਕਿਹਾ ਹੈ ਕਿ ਵਿਕਰਮ ਮਜੀਠੀਆ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੇ ਟਰੈਕਟਰ ਦੀ ਚਾਬੀ ਚੰਗੀ ਤਰ੍ਹਾਂ ਘੁਮਾ ਕੇ ਉਹਦਾ ਰੁਖ ਦਿੱਲੀ ਵੱਲ ਨੂੰ ਤੋੜਨ, ਨਾ ਕਿ ਚੰਡੀਗੜ੍ਹ ਵੱਲ ਨੂੰ। ਕੈਮਰਾਮੈਨ ਰੋਹਿਤ ਦੇ ਨਾਲ ਵਿਵੇਕਤਾ, ਦੈਨਿਕ ਸਵੇਰਾ ਟੀਵੀ, ਲੁਧਿਆਣਾ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648। देश दुनिया की हर वड्डी खबर दे लई हुणे डाउनलोड करो नंबर 1 न्यूज़ ऐप दैनिक सवेरा टाइम्स।